ਕੀ ਤੁਹਾਨੂੰ ਆਪਣੇ ਨਿਆਣਿਆਂ ਨਾਲੋਂ ਪੈਸੇ ਜ਼ਿਆਦਾ ਚਾਹੀਦੇ ਆ, ਪੈਸੇ ਜ਼ਿਆਦਾ ਪਿਆਰੇ ਆ? ਜੇ ਤੁਹਾਡਾ ਫਿਊਚਰ ਹੀ ਨਹੀਂ ਸੁਰੱਖਿਅਤ ਤੇ ਨਿਆਣੇ ਹੀ ਮਰੀ ਜਾ ਰਹੇ ਆ ਡਰੱਗ ਗੈਂਗਸ ਦੇ ਵਿੱਚ, ਫਿਰ ਥੋੜ੍ਹਾ ਬਹੁਤਾ ਟੈਕਸ ਬਚਾ ਕੇ ਕੀ ਕਰਨਾ? ਸਿਟੀ ਪੁਲਿਸ ਦੇ ਵਿੱਚ ਤਾਂ ਜਿਹੜੇ ਨੰਬਰ ਆਫ ਪੁਲਿਸ ਆਫੀਸਰਸ ਆ ਹੋਰ ਵੀ ਘਟ ਜਾਣੇ ਆ RCMP ਨਾਲੋਂ। ਬਹੁਤ ਸਾਰੇ ਲੋਕ RCMP ਦੇ ਹੱਕ ਦੇ ਵਿੱਚ ਬਿਲ ਬੋਰਡ ਲਾ ਰਹੇ ਆ ਜਾਂ ਹੋਰ ਥਾਵਾਂ ਦੇ ਉੱਤੇ ਲਿਖਿਆ ਜਾ ਰਿਹਾ, ਪੜ੍ਹ ਰਹੇ ਆ। ਰੈਲੀਆਂ ਵੀ ਪਿੱਛੇ ਜਿਹੀ ਇੱਕ ਰੈਲੀ ਵੀ ਹੋਈ, ਉਹਦੇ ਵਿੱਚ ਵੀ ਇਹ ਗੱਲਬਾਤ ਲੋਕ ਇਹ ਮੰਨ ਕੇ ਚੱਲ ਰਹੇ ਆ ਸਾਡੇ ਵਰਗੇ ਕਿ ਇਹ ਫੈਸਲਾ ਹੋ ਚੁੱਕਾ ਕਿ ਹੁਣ ਸਿਟੀ ਪੁਲਿਸ ਆਉਣੀ ਆ, RCMP ਨੇ ਚਲੇ ਜਾਣਾ, ਇੱਕ ਟ੍ਰਾਂਜੀਸ਼ਨ ਦਾ ਫੇਸ। ਹੁਣ ਦੁਬਾਰਾ RCMP ਦੇ ਹੱਕ ਵਿੱਚ ਲੋਕ ਕਿਉਂ ਆ ਰਹੇ ਆ? ਪ੍ਰੀਮੀਅਰ ਸਾਹਿਬ ਜੌਨ ਹੋਰਗਨ ਉਹਨਾਂ ਨੇ ਵੀ ਕਿਹਾ ਵੀ ਇਹ ਜਿਹੜਾ ਟ੍ਰਾਂਜੀਸ਼ਨ ਹਾਲੇ ਉਹਨਾਂ ਦੀ ਲਫ਼ਜ਼ ਆ ਵੀ ਇਹ ਹਾਲੇ ਬਹੁਤ ਦੇਰ ਲੱਗਣੀ ਆ, ਵੀ ਇਹ ਹਾਲੇ ਕੰਪਲੀਟ ਨਹੀਂ ਹੋਇਆ। ਸੂਬੇ ਦੀ ਸਰਕਾਰ ਆ, ਉਹਨਾਂ ਨੇ ਹਾਲੇ ਤੱਕ ਜਿਹੜੀ ਕੰਟਰੈਕਟ ਹੁੰਦੀ ਆ RCMP ਦੀ ਵਿਦ ਦ ਸਿਟੀ ਦੇ ਨਾਲ ਜਿਹੜਾ ਕੰਟਰੈਕਟ ਹੁੰਦਾ ਆ, ਉਹਨਾਂ ਨੇ ਹਾਲੇ ਤੱਕ ਫੈਡਰਲ RCMP ਨੂੰ ਇੱਥੇ ਤੱਕ ਨਹੀਂ ਦੱਸਿਆ ਗਿਆ ਵੀ ਇਹ ਕੰਟਰੈਕਟ ਫਿਨਿਸ਼ ਹੋ ਗਿਆ। ਦੇਖੋ ਪੁਲਿਸ ਜਿਹੜੀ ਆਪਾਂ ਸਿਟੀ ਦੇ ਵਿੱਚ ਆ, ਸਰੀ ਰੈਜ਼ੀਡੈਂਟਸ ਜਿਹੜੇ ਆਪਣੇ ਆ, ਆਸ ਤਾਂ ਆਪਣੀ ਸਾਰਿਆਂ ਦੀ ਇਹ ਆ ਵੀ ਚੰਗੀ ਪੁਲਿਸ ਹੋਣੀ ਚਾਹੀਦੀ। ਬਿਲਕੁਲ ਬਿਲਕੁਲ। ਸਾਡੇ ਸੁਖਸ਼ੀਅਤ ਲਈ, ਰੱਖਿਆ ਲਈ ਐਵਰੀਥਿੰਗ ਬੈਸਟ ਹੋਣੀ ਚਾਹੀਦੀ ਪੁਲਿਸ, ਰਾਈਟ? ਜਿਹੜੀ ਵੀ ਪੁਲਿਸ ਹੈ, ਹਾਲੇ ਤੱਕ ਰੈਜ਼ੀਡੈਂਟਸ ਨੂੰ ਇਹ ਨਹੀਂ ਪਤਾ ਵੀ ਉਹ ਪੁਲਿਸ ਨੇ ਚੰਗੀ ਕਿੱਦਾਂ ਹੋਊਗੀ, ਉਹਦੇ ਮਾਡਲ ਕੀ ਆ। ਕੋਈ ਉਹਦੇ ਨਾਲ ਰਿਪੋਰਟ ਨਹੀਂ ਅਟੈਚ ਹੋਈ ਪਈ ਜਾਂ ਦੱਸਿਆ ਨਹੀਂ ਗਿਆ ਵੀ ਅਸੀਂ ਪੁਲਿਸਿੰਗ ਨੂੰ ਇਹ ਆਪਣਾ ਜਿਹੜਾ ਕ੍ਰਾਈਮ ਰੇਟ, ਜੋ ਵੀ ਇਸ਼ੂਜ਼ ਆਪਣੇ ਉੱਠੇ ਸੀ, ਵੀ ਉਹਨਾਂ ਨੂੰ ਅਸੀਂ ਰਿਜ਼ੋਲਵ ਕਰਨਾ ਕਿੱਦਾਂ ਹੈ। ਚੈਨਲ ਪੰਜਾਬੀ ਤੇ ਗਲੋਬਲ ਪੰਜਾਬ ਦੇਖ ਰਹੇ ਦਰਸ਼ਕਾਂ ਦਾ ਪ੍ਰੋਗਰਾਮ ਫਰੰਟ ਲਾਈਨ ਵਿੱਚ ਬਹੁਤ-ਬਹੁਤ ਸਵਾਗਤ। ਦੋਸਤੋ, ਅੱਜ ਅਸੀਂ ਇੱਕ ਖਾਸ ਮੁੱਦੇ ਦੇ ਉੱਤੇ ਗੱਲ ਕਰਨ ਲਈ ਇਸ ਪ੍ਰੋਗਰਾਮ ਦੇ ਵਿੱਚ ਹਾਜ਼ਰ ਹੋਏ ਹਾਂ। ਪਿਛਲੇ ਲੰਬੇ ਸਮੇਂ ਤੋਂ ਸਰੀ ਦੇ ਵਿੱਚ ਇੱਕ ਮਸਲਾ ਬਹੁਤ ਚਰਚਾ ਦੇ ਵਿੱਚ ਰਿਹਾ ਕਿ ਸਰੀ ਦੀ ਲੋਕਲ ਪੁਲਿਸ ਹੋਣੀ ਚਾਹੀਦੀ ਹੈ। ਸਰੀ ਕੈਨੇਡਾ ਦੇ ਵਿੱਚ ਪੰਜਾਬੀਆਂ ਦੀ ਸੰਘਣੀ ਵਸੋਂ ਵਾਲਾ ਸ਼ਹਿਰ ਆ। ਜਿੱਦਾਂ ਬਰੈਂਪਟਨ ਆ, ਇਸੇ ਤਰ੍ਹਾਂ ਸਰੀ ਹੈ। ਇਸ ਉੱਤੇ ਸਾਡਾ ਪੰਜਾਬੀਆਂ ਦਾ ਖਾਸ ਧਿਆਨ ਹੁੰਦਾ, ਨਾ ਸਿਰਫ ਕੈਨੇਡਾ ਦਿਆਂ ਦਾ, ਪੂਰੀ ਦੁਨੀਆ ਵਿੱਚ ਵਸਦੇ ਪੰਜਾਬੀਆਂ ਦਾ। ਜਦੋਂ ਕਦੇ ਵੀ ਫਿਰ ਕ੍ਰਾਈਮ ਦੀ ਗੱਲ ਆਉਂਦੀ ਆ, ਉਹਦੇ ਵਿੱਚ ਵੀ ਕਿਤੇ ਨਾ ਕਿਤੇ ਸਰੀ ਦਾ ਨਾਂ ਆ ਜਾਂਦਾ। ਪਤਾ ਨਹੀਂ ਸਰੀ ਵਿੱਚ ਕ੍ਰਾਈਮ ਸੱਚਮੁੱਚ ਜ਼ਿਆਦਾ ਆ, ਸਟੈਟਿਸਟਿਕਸ ਕੁਛ ਹੋਰ ਕਹਿੰਦੇ ਆ, ਪਰ ਪਿੱਛੇ ਜਿਹੇ ਜਦੋਂ ਬਹੁਤ ਜਿਹੜੇ ਦੁਖਦਾਇਕ ਘਟਨਾਵਾਂ ਸਾਡੀ ਕਮਿਊਨਿਟੀ ਦੇ ਵਿੱਚ ਜਵਾਨ ਜਿਹੜੇ ਹਜੇ ਨਿਆਣੇ ਸੀਗੇ, ਉਹਨਾਂ ਦੇ ਕਤਲ ਹੋਏ, ਉਹਦੇ ਤੋਂ ਬਾਅਦ ਇੱਕ ਵਾਰੀ ਗੱਲਬਾਤ ਚੱਲੀ ਕਿ RCMP ਉਨੀ ਚੰਗੀ ਤਰ੍ਹਾਂ ਆਪਣਾ ਕੰਮ ਨਹੀਂ ਕਰ ਰਹੀ, ਸਿਟੀ ਦੀ ਲੋਕਲ ਪੁਲਿਸ ਚਾਹੀਦੀ ਆ ਤਾਂ ਕਿ ਇਹ ਸਾਰੇ ਕੁਛ ਨੂੰ ਠੱਲ ਪੈ ਸਕੇ। ਸਾਨੂੰ ਓਵਰਆਲ ਨਹੀਂ ਪਤਾ ਕਿ ਕਿੱਥੇ ਕਿੰਨਾ ਕ੍ਰਾਈਮ ਆ, ਪਰ ਸਾਡੀ ਕਮਿਊਨਿਟੀ ਦੇ ਸਾਡੇ ਨਿਆਣੇ ਇਸ ਡਰੱਗ ਤੇ ਗੈਂਗਸ ਦੇ ਵਿੱਚ ਮਾਰੇ ਜਾਂਦੇ ਆ, ਇਹ ਸਾਨੂੰ ਪਤਾ। ਉਹ ਮੰਗ ਕਾਫੀ ਚੱਲੀ, ਜਿਹੜੀ ਲਾਸਟ ਸਿਵਿਕ ਇਲੈਕਸ਼ਨ ਸੀ ਉਹਦੇ ਤੋਂ ਪਹਿਲਾਂ ਦੀ ਸ਼ੁਰੂ ਹੋਈ। ਉਹ ਮੰਗ ਹੌਲੀ ਹੌਲੀ ਸਿਵਿਕ ਇਲੈਕਸ਼ਨ ਦੇ ਵਿੱਚ ਇੱਕ ਮੁੱਦਾ ਬਣ ਕੇ ਸਾਹਮਣੇ ਆਈ, ਜਿਹਦੇ ਉੱਤੇ ਲੋਕਾਂ ਨੇ ਹੁਣ ਦੇ ਮੇਅਰ ਡਗ ਮੁਕੱਲਮ ਦੇ ਹੱਕ ਦੇ ਵਿੱਚ ਵੋਟਾਂ ਪਾਈਆਂ, ਜਿਹੜੇ ਸਿੱਧੇ ਸਿਟੀ ਪੁਲਿਸ ਦੇ ਹੱਕ ਵਿੱਚ ਸੀ, ਜਿਨ੍ਹਾਂ ਨੇ ਕਿਹਾ ਕਿ ਸਿਟੀ ਪੁਲਿਸ ਅਸੀਂ ਲੈ ਕੇ ਆਵਾਂਗੇ। ਅਤੇ ਲੋਕਾਂ ਨੇ ਇਸ ਬਹੁਤ ਸਾਰੀਆਂ ਮੁੱਦਿਆਂ ਦੇ ਵਿੱਚੋਂ ਇੱਕ ਇਸ ਮੁੱਦੇ ਦੇ ਉੱਤੇ ਵੀ ਉਹਨਾਂ ਦੀ ਸਪੋਰਟ ਕੀਤੀ। ਉਹ ਵੱਖਰੀ ਗੱਲ ਆ ਕਿ ਬਾਅਦ ਦੇ ਵਿੱਚ ਉਹਨਾਂ ਦੀ ਜਿਹੜੀ ਪਾਰਟੀ ਸੀਗੀ ਸਾਰੀ ਖਿਲਰ ਗਈ, ਇੱਧਰ ਉੱਧਰ ਕਿੰਨਾ ਕੁਛ ਉਹਦੇ ਵਿੱਚ ਬਣ ਗਿਆ। ਹੁਣ ਮਸਲਾ ਥੋੜ੍ਹੇ ਚਿਰ ਤੋਂ ਇੱਕ ਹੋਰ ਸਾਹਮਣੇ ਆ ਰਿਹਾ। ਬਹੁਤ ਸਾਰੇ ਘਰਾਂ ਦੇ ਵਿੱਚ, ਬਹੁਤ ਸਾਰੇ ਘਰਾਂ ਦੇ ਲੌਨ, ਕਈ ਥਾਵਾਂ ਦੇ ਉੱਤੇ ਅਸੀਂ ਬੋਰਡ ਲੱਗੇ ਦੇਖਦੇ ਹਾਂ ਜਿਨ੍ਹਾਂ ਦੇ ਉੱਤੇ ਲਿਖਿਆ ਕੀਪ ਸਰੀ RCMP। ਉਹਦੇ ਤੋਂ ਬਾਅਦ ਪਿੱਛੇ ਜਿਹੇ 2 ਰੈਲੀਆਂ ਵੀ ਹੋਈਆਂ, ਜਿਹਦੇ ਵਿੱਚ ਇੱਕ ਰੈਲੀ ਸੀਗੀ ਕਿ ਸਿਟੀ ਪੁਲਿਸ ਹੋਣੀ ਚਾਹੀਦੀ ਆ, ਦੂਜੀ ਰੈਲੀ ਸੀਗੀ ਉਹਨਾਂ ਦੇ ਬਰਾਬਰ ਹੀ ਦੂਜੇ ਪਾਸੇ ਹੋ ਰਹੀ, ਜਿਹੜੇ ਲੋਕ ਕਹਿੰਦੇ ਸੀ ਕਿ ਨਹੀਂ RCMP ਰਹਿਣੀ ਚਾਹੀਦੀ ਆ। ਇੱਥੇ ਇੱਕ ਗੱਲ ਇਹ ਵੀ ਬਹੁਤ ਦੇਖਣ ਵਾਲੀ ਸੀ ਕਿ ਉਹਨਾਂ ਰੈਲੀਆਂ ਦੇ ਵਿੱਚ ਵੱਡਾ ਫਰਕ ਇਹ ਸੀ ਕਿ ਜਿਹੜੇ ਲੋਕ ਸਿਟੀ ਪੁਲਿਸ ਦੇ ਹੱਕ ਵਿੱਚ ਸੀ, ਉਹਨਾਂ ਵਿੱਚੋਂ ਬਹੁਤ ਸਾਰਾ ਪੰਜਾਬੀ ਭਾਈਚਾਰਾ ਸੀ। ਦੂਜੇ ਪਾਸੇ ਪੰਜਾਬੀ ਭਾਈਚਾਰਾ ਨਾ ਦੇ ਬਰਾਬਰ ਸੀ, ਨਹੀਂ ਸੀ। ਉਹ ਦੂਜੀਆਂ ਕਮਿਊਨਿਟੀਜ਼ ਜਿਹੜੀਆਂ ਇੱਥੋਂ ਦੇ ਲੋਕ ਸੀਗੇ, ਉਹ ਜ਼ਿਆਦਾ ਉਸ ਪਾਸੇ ਸੀਗੇ। ਹੁਣ ਫਿਰ ਇੱਕ ਵਾਰੀ ਇਹ ਮਸਲਾ ਚਰਚਾ 'ਚ ਆ ਗਿਆ ਕਿ ਕਿਹੜੀ ਪੁਲਿਸ ਚਾਹੀਦੀ ਹੈ। ਦੋਵਾਂ ਧਿਰਾਂ ਦੇ ਆਪਣੇ ਆਪਣੇ ਲੌਜਿਕ ਨੇ। ਔਰ ਇੱਥੇ ਇੱਕ ਬੜੀ ਮਹੱਤਵਪੂਰਨ ਗੱਲ, ਜਿੰਨੀ ਕਿ ਸਾਨੂੰ ਜਾਣਕਾਰੀ ਆਪਾਂ ਇੱਧਰ ਉੱਧਰੋਂ ਲੈਂਦੇ ਹਾਂ, ਉਹਦੇ ਅਨੁਸਾਰ ਤਾਂ ਸਿਟੀ ਪੁਲਿਸ ਆਉਣ ਦੇ ਲਈ ਸਾਰਾ ਕੁਝ ਹੋ ਚੁੱਕਿਆ। ਹੁਣ ਤਾਂ ਇਹ ਤੈਅ ਆਉਣੀ, ਸਾਰਾ ਕੁਝ ਲਗਭਗ ਤਿਆਰੀਆਂ ਹੋ ਚੁੱਕੀਆਂ। ਪਿੱਛੇ ਜੇ ਮੇਅਰ ਡਗ ਮੁਕੱਲਮ ਹੁਣ ਅਨਾਊਂਸਮੈਂਟ ਵੀ ਕੀਤੀ ਹੈ ਇੱਕ ਸਟੈਪ ਦੀ, ਹੌਲੀ ਹੌਲੀ ਇਹ ਸਟੈਪ ਅੱਗੇ ਚੱਲ ਰਹੇ ਆ। ਹੁਣ ਇਹ RCMP ਦਾ ਵਿੱਚ ਦੁਬਾਰਾ ਰੌਲਾ ਕਿੱਥੋਂ ਆ ਗਿਆ? ਦੁਬਾਰਾ RCMP ਰਹਿਣ ਦੀ ਕਿੱਥੋਂ ਗੱਲ ਆ ਗਈ? ਕੀ ਇਹ ਗੱਲ ਇੰਨੀ ਅੱਗੇ ਵੱਧ ਚੁੱਕੀ ਹੈ ਕਿ ਹੁਣ RCMP ਰਹਿ ਹੀ ਨਹੀਂ ਸਕਦੀ, ਸਿਟੀ ਪੁਲਿਸ ਆਉਣੀ ਹੈ? ਜਾਂ ਅਜੇ ਵੀ ਕਿਤੇ ਨਾ ਕਿਤੇ ਕੋਈ ਮੁੱਦਾ ਹੈਗਾ ਕਿ ਜਿਹੜੀ RCMP ਆ ਉਹ ਰਹਿ ਸਕਦੀ ਆ?
ਨੈਸ਼ਨਲ ਪੁਲਿਸ ਫੈਡਰੇਸ਼ਨ ਤੋਂ ਅੱਜ ਅਸੀਂ ਉਹਨਾਂ ਦੇ ਜਿਹੜੇ ਰਿਪਰੈਜ਼ੈਂਟੇਟਿਵ ਨੇ, ਉਹਨਾਂ ਦੇ ਮੀਡੀਆ ਸਪੋਕਸਮੈਨ ਨੇ ਜਾਂ ਜਿਹੜੇ ਗੱਲਬਾਤ ਕਰਦੇ ਆ ਮੀਡੀਆ ਦੇ ਨਾਲ, ਉਹਨਾਂ ਨੂੰ ਅਸੀਂ ਖਾਸ ਤੌਰ 'ਤੇ ਬੇਨਤੀ ਕੀਤੀ ਆ ਕਿ ਅਸੀਂ ਓਬਜ਼ਰਵ ਕਰ ਰਹੇ ਹਾਂ ਆਲੇ ਦੁਆਲੇ ਬਹੁਤ ਕੁਛ ਕਿ ਹੁਣ ਦੁਬਾਰਾ ਸਾਰੀ RCMP ਦੀਆਂ ਗੱਲਾਂ ਹੋ ਰਹੀਆਂ ਕਿ ਰਹਿਣੀ ਚਾਹੀਦੀ। ਇਹ ਮਾਮਲਾ ਕੀ ਆ, ਕਿਉਂ ਇਹ ਗੱਲਾਂ ਹੋ ਰਹੀਆਂ ਔਰ ਕੀ ਇਹਦਾ ਫਿਊਚਰ ਕੀ ਆ। ਔਰ ਇੱਥੇ ਬਹੁਤ ਸਾਰੇ ਸਵਾਲ ਬਜਟ ਦਾ। ਲੋਕ ਕਹਿੰਦੇ ਵੀ ਇਹਦੇ ਨਾਲ ਬਜਟ ਬਹੁਤ ਵੱਧ ਜਾਣਾ, ਤੁਹਾਡੇ ਟੈਕਸ ਵਧਣਗੇ ਸਿਟੀ ਦੇ ਜਿੰਨਾ ਉਹਨਾਂ ਦੇ ਉੱਤੇ ਆਉਣਾ। ਉਹਦੇ ਉਲਟ ਲੌਜਿਕ ਇਹ ਆ ਵੀ ਕੀ ਤੁਹਾਨੂੰ ਆਪਣੇ ਨਿਆਣਿਆਂ ਨਾਲੋਂ ਪੈਸੇ ਜ਼ਿਆਦਾ ਚਾਹੀਦੇ ਆ, ਪੈਸੇ ਜ਼ਿਆਦਾ ਪਿਆਰੇ ਆ? ਜੇ ਤੁਹਾਡਾ ਫਿਊਚਰ ਨਹੀਂ ਸੁਰੱਖਿਅਤ, ਇੱਥੇ ਨਿਆਣੇ ਹੀ ਮਰੀ ਜਾ ਰਹੇ ਆ ਡਰੱਗ ਗੈਂਗਸ ਦੇ ਵਿੱਚ, ਫਿਰ ਥੋੜ੍ਹਾ ਬਹੁਤਾ ਟੈਕਸ ਬਚਾ ਕੇ ਕੀ ਕਰਨਾ। ਦੂਜੇ ਪਾਸੇ ਇਹ ਵੀ ਕਿਹਾ ਜਾ ਰਿਹਾ ਕਿ ਸਿਟੀ ਪੁਲਿਸ ਦੇ ਵਿੱਚ ਤਾਂ ਜਿਹੜੇ ਨੰਬਰ ਆਫ ਪੁਲਿਸ ਆਫੀਸਰਸ ਆ ਹੋਰ ਵੀ ਘਟ ਜਾਣੇ ਆ RCMP ਨਾਲੋਂ। ਇੱਕ ਲੌਜਿਕ ਇਹ ਵੀ ਆ ਕਿ RCMP ਜਿਹੜੀ, ਕਿਉਂਕਿ ਨੈਸ਼ਨਲ ਪੁਲਿਸ ਆ, ਉੱਥੇ ਉਹਨਾਂ ਦੀ ਵੱਖ-ਵੱਖ ਡਿਪਾਰਟਮੈਂਟਸ ਦੇ ਵਿੱਚ ਜਾਂ ਇੱਧਰ ਉੱਧਰ ਬਦਲੀਆਂ ਹੁੰਦੀਆਂ ਰਹਿੰਦੀਆਂ, ਜਾਂ ਇੱਕ ਇਹ ਵੀ ਗੱਲ ਸਾਹਮਣੇ ਆਈ ਕਿ ਉਹ ਸਿਰਫ ਟ੍ਰੇਨਿੰਗ ਲੈਣ ਜਿਹੜੇ ਨਵੇਂ ਰਿਕਰੂਟ ਹੁੰਦੇ ਆ ਉਹ ਇੱਥੇ ਆਉਂਦੇ ਆ ਅਤੇ ਇੱਥੋਂ ਚਲੇ ਜਾਂਦੇ ਆ। ਉਹਨਾਂ ਦਾ ਸ਼ਹਿਰ ਦੇ ਨਾਲ ਕੋਈ ਉਸ ਕਿਸਮ ਦਾ ਭਾਵਕ ਲਗਾਓ ਨਹੀਂ ਹੁੰਦਾ ਜਾਂ ਉਹਨਾਂ ਨੂੰ ਗਰਾਊਂਡ ਰਿਐਲਿਟੀ ਦਾ ਪਤਾ ਨਹੀਂ ਹੁੰਦਾ। ਜਿਹੜੀ ਇੱਥੋਂ ਦੇ ਲੋਕ ਜਿਹੜੇ ਇਹਦੇ ਵਿੱਚ ਨੌਜਵਾਨ ਭਰਤੀ ਹੋਣਗੇ ਸਰੀ ਪੁਲਿਸ ਦੇ ਵਿੱਚ, ਉਹ ਜ਼ਿਆਦਾ ਚੰਗੀ ਤਰ੍ਹਾਂ ਇੱਥੇ ਦੀਆਂ ਗਲੀਆਂ ਨੂੰ, ਇੱਥੇ ਦੀਆਂ ਐਲੀਆਂ ਦੇ ਵਿੱਚ ਉਹਨਾਂ ਨੂੰ ਪਤਾ ਹੁੰਦਾ ਕਿ ਕਿੱਥੇ ਕੀ ਹੋ ਰਿਹਾ, ਉਹ ਜ਼ਿਆਦਾ ਚੰਗੀ ਤਰ੍ਹਾਂ ਜਾਣ ਸਕਦੇ ਆ। ਬਹੁਤ ਸਾਰੇ ਸਵਾਲ ਨੇ ਦੋਸਤੋ। ਸੋ ਅੱਜ ਅਸੀਂ ਨੈਸ਼ਨਲ ਪੁਲਿਸ ਫੈਡਰੇਸ਼ਨ ਤੋਂ ਉਹਨਾਂ ਦੇ ਜਿਹੜੇ ਸਪੋਕਸਮੈਨ ਨੇ ਇਸ ਮਾਮਲੇ ਦੇ ਉੱਤੇ ਉਹਨਾਂ ਨੂੰ ਬੇਨਤੀ ਕੀਤੀ, ਪਰਮ ਬੈਂਸ ਹੋਰਾਂ ਨੂੰ। ਪਰਮ ਬੈਂਸ ਸਾਡੇ ਨਾਲ ਨੇ, ਉਹਨਾਂ ਦੇ ਨਾਲ ਅਸੀਂ ਇਹ ਬਹੁਤ ਸਾਰੇ ਮਸਲਿਆਂ ਬਾਰੇ ਜਾਣਕਾਰੀ ਲੈਂਦੇ ਹਾਂ ਕਿ ਅਸਲ ਦੇ ਵਿੱਚ ਇਹ ਗੱਲਬਾਤ ਹੈ ਕੀ। ਪਰਮ ਬੈਂਸ ਜੀ, ਬਹੁਤ ਬਹੁਤ ਸਵਾਗਤ ਹੈ ਤੁਹਾਡਾ, ਜੀ ਆਇਆਂ ਨੂੰ ਜੀ। ਥੈਂਕ ਯੂ ਜੀ। ਇਹ ਤੋਂ ਪਹਿਲਾਂ ਕਿ ਅਸੀਂ ਇਹ ਮੁੱਦੇ 'ਤੇ ਗੱਲਬਾਤ ਸ਼ੁਰੂ ਕਰੀਏ, ਸਾਨੂੰ ਥੋੜ੍ਹਾ ਜਿਹਾ ਨੈਸ਼ਨਲ ਪੁਲਿਸ ਫੈਡਰੇਸ਼ਨ ਬਾਰੇ ਦੱਸਿਓ ਜੀ, ਇਹ ਕੀ ਚੀਜ਼ ਹੈ? ਨੈਸ਼ਨਲ ਪੁਲਿਸ ਫੈਡਰੇਸ਼ਨ ਤਕਰੀਬਨ ਔਰ 20,000 ਤੋਂ ਜ਼ਿਆਦਾ RCMP ਆਫਿਸਰਸ ਅਕ੍ਰੋਸ ਕੈਨੇਡਾ ਨੂੰ ਰਿਪਰੈਜ਼ੈਂਟ ਕਰਦੀ ਹੈ। ਉਹਨਾਂ ਦੀ ਯੂਨੀਅਨ ਆ। ਉਹਨਾਂ ਦੇ ਜੋ ਵੀ ਮਸਲੇ ਆ, ਯੂਨੀਅਨ ਦੇ ਨੈਗੋਸ਼ੀਏਸ਼ਨਸ ਵਗੈਰਾ ਜੋ ਹੋਰ ਜਿਹੜੇ ਹੁੰਦੇ ਆ, ਉਹਨਾਂ ਦੀ ਦੇਖਭਾਲ ਕਰਨੀ। ਬਾਕੀ ਸਾਡੇ ਜਿਹੜੇ ਪ੍ਰੈਜ਼ੀਡੈਂਟ ਆ ਬ੍ਰਾਇਨ ਸੋਵੇ, ਰੀਜਨਲ ਡਾਇਰੈਕਟਰ ਟਰੈਵਰ ਡਿਨਵੁਡੀ, ਉਹਨਾਂ ਦਾ ਐਕਸਪੀਰੀਅੰਸ ਦੇ ਹਿਸਾਬ ਨਾਲ ਉਹਨਾਂ ਦਾ ਜ਼ਿਆਦਾ ਮੈਂਟਲ ਹੈਲਥ ਦੇ ਜਿਹੜੇ ਮੁੱਦੇ ਹੈਗੇ ਆ ਉਹ ਅਗਲੇ, ਜੇ ਤੁਸੀਂ ਦੇਖੋ ਹੁਣ ਪੁਲਿਸ ਆਫਿਸਰ ਦੀ ਜਿਹੜੀ ਪੋਜੀਸ਼ਨ ਹੁੰਦੀ ਆ ਉਹ ਕਾਫੀ ਜ਼ਿੰਮੇਵਾਰੀ ਬਹੁਤ ਹੁੰਦੀ ਆ ਉਹਨਾਂ ਦੀ, ਸਟ੍ਰੈਸਫੁਲ ਪੋਜੀਸ਼ਨ ਆ, ਡਿਫਿਕਲਟ ਜੌਬ ਆ। ਬਿਲਕੁਲ। ਸੋ ਉਹਨਾਂ ਦੀ ਦੇਖਭਾਲ ਕਰਨੀ, ਉਹਨਾਂ ਦੀ ਮੈਂਟਲ ਹੈਲਥ ਕਿੱਦਾਂ ਆ, ਉਹ ਉਹਨਾਂ ਦੇ ਲਈ ਸਰਵਿਸਿਜ਼ ਜੋ ਉਹਨਾਂ ਦੀ ਲੋੜ ਆ ਉਹਦੇ ਬਾਰੇ ਵੀ ਦੇਖਭਾਲ ਕਰਦੇ ਆ। ਬਾਕੀ ਹੁਣ ਕਮਿਊਨਿਟੀ ਦੀ ਜਿੱਦਾਂ ਇੱਦਾਂ ਦਾ ਇਸ਼ੂ ਜੋ ਹੋ ਰਿਹਾ ਇਸ ਵੇਲੇ, ਟ੍ਰਾਂਜੀਸ਼ਨ ਆ, ਉਹਦੇ ਵਿੱਚ ਉਹਨਾਂ ਦਾ ਇਨਵੋਲਵਮੈਂਟ ਇੰਨਾ ਆ ਵੀ ਕਮਿਊਨਿਟੀ ਦੇ ਨਾਲ ਗੱਲਬਾਤ ਕਰਨੀ ਹੈ, ਵੀ ਦੇਖਣਾ ਵੀ ਆਫਿਸਰਸ ਦੀ ਸਿਚੁਏਸ਼ਨ ਹੈਗੀ ਕੀ ਆ, ਵੀ ਇਹਨਾਂ ਦੀ ਗਾਹਾਂ ਇਹਨਾਂ ਦਾ ਟ੍ਰਾਂਜੀਸ਼ਨ ਕਿੱਦਾਂ ਹੋਊਗਾ। ਇਹ ਸਾਰਾ ਉਹਨਾਂ ਦਾ ਰਿਸਪੌਂਸਿਬਿਲਿਟੀਜ਼, ਜ਼ਿੰਮੇਵਾਰੀਆਂ ਸਾਰੀਆਂ ਇਹ ਹੈ ਨੈਸ਼ਨਲ ਪੁਲਿਸ ਫੈਡਰੇਸ਼ਨ ਦੀਆਂ। ਜੀ, ਇੱਕ ਸਾਨੂੰ ਹੋਰ ਗੱਲ ਦੱਸੋ ਕਿ ਹੁਣ ਅਸੀਂ ਰੀਸੈਂਟਲੀ ਕਾਫੀ ਪਿਛਲੇ ਸਮੇਂ ਤੋਂ ਦੇਖ ਰਹੇ ਹਾਂ ਬਹੁਤ ਸਾਰੇ ਲੋਕ RCMP ਦੇ ਹੱਕ ਦੇ ਵਿੱਚ ਬਿਲ ਬੋਰਡ ਲਾ ਰਹੇ ਆ ਜਾਂ ਹੋਰ ਥਾਵਾਂ ਦੇ ਉੱਤੇ ਲਿਖਿਆ ਜਾ ਰਿਹਾ, ਪੜ੍ਹ ਰਹੇ ਆ। ਰੈਲੀਆਂ ਵੀ, ਪਿੱਛੇ ਜਿਹੀ ਇੱਕ ਰੈਲੀ ਵੀ ਹੋਈ, ਉਹਦੇ ਵਿੱਚ ਵੀ ਇਹ ਗੱਲਬਾਤ, ਲੋਕ ਇਹ ਮੰਨ ਕੇ ਚੱਲ ਰਹੇ ਆ ਸਾਡੇ ਵਰਗੇ ਕਿ ਇਹ ਫੈਸਲਾ ਹੋ ਚੁੱਕਾ ਕਿ ਹੁਣ ਸਿਟੀ ਪੁਲਿਸ ਆਉਣੀ ਆ, RCMP ਨੇ ਚਲੇ ਜਾਣਾ, ਇੱਕ ਟ੍ਰਾਂਜੀਸ਼ਨ ਦਾ ਫੇਸ। ਹੁਣ ਦੁਬਾਰਾ RCMP ਦੇ ਹੱਕ ਵਿੱਚ ਲੋਕ ਕਿਉਂ ਆ ਰਹੇ ਆ? ਇਹਦਾ ਤੁਹਾਨੂੰ ਕੀ ਕਾਰਨ ਹੈ ਜੀ? ਉਹ ਸਭ ਤੋਂ ਪਹਿਲਾਂ ਇਹ ਗੱਲ ਪਈ, ਇਹ ਫੈਸਲਾ ਕੰਪਲੀਟ ਨਹੀਂ ਹੋਇਆ। ਅੱਛਾ ਜੀ, ਇਹ ਤੈਅ ਨਹੀਂ ਹੈ? ਨਹੀਂ ਜੀ। ਸੋ ਜੇ ਤੁਸੀਂ ਦੇਖੋ ਪਿਛਲੇ ਵੀਕ ਦਾ 2 ਵੀਕ ਪਹਿਲਾਂ ਪ੍ਰੀਮੀਅਰ ਸਾਹਿਬ ਜੌਨ ਹੌਰਗਨ ਉਹਨਾਂ ਨੇ ਵੀ ਕਿਹਾ ਵੀ ਇਹ ਜਿਹੜਾ ਟ੍ਰਾਂਜੀਸ਼ਨ ਹਾਲੇ ਉਹਨਾਂ ਦੀ ਲਫ਼ਜ਼ ਆ ਵੀ ਇਹ ਹਾਲੇ ਬਹੁਤ ਦੇਰ ਲੱਗਣੀ ਆ, ਵੀ ਇਹ ਹਾਲੇ ਕੰਪਲੀਟ ਨਹੀਂ ਹੋਇਆ। ਦੂਜੀ ਗੱਲ ਇਹਦੇ ਵਿੱਚ ਇਹ ਹੁੰਦੀ ਆ, ਉਹ ਹੈਗੀ ਆ ਵੀ ਜਿਹੜੀ ਆਪਣੀ ਸੂਬੇ ਦੀ ਸਰਕਾਰ ਆ, ਉਹਨਾਂ ਨੇ ਹਾਲੇ ਤੱਕ ਜਿਹੜੀ ਕੰਟਰੈਕਟ ਹੁੰਦੀ ਆ RCMP ਦੀ ਵਿਦ ਦ ਸਿਟੀ ਦੇ ਨਾਲ ਜਿਹੜਾ ਕੰਟਰੈਕਟ ਹੁੰਦਾ ਆ, ਉਹਨਾਂ ਨੇ ਹਾਲੇ ਤੱਕ ਫੈਡਰਲ RCMP ਨੂੰ ਇੱਥੇ ਤੱਕ ਨਹੀਂ ਦੱਸਿਆ ਗਿਆ ਵੀ ਇਹ ਕੰਟਰੈਕਟ ਫਿਨਿਸ਼ ਹੋ ਗਿਆ। ਸੋ ਉਹਦੇ ਕਈ ਲੀਗਲ ਓਬਲੀਗੇਸ਼ਨਸ ਹੁੰਦੀਆਂ ਆ। ਸੋ ਹਾਲੇ ਤੱਕ ਲੀਗਲ ਤੌਰ 'ਤੇ ਵੀ ਆਪਾਂ ਨੂੰ ਦੇਖਣਾ ਪੈਣਾ ਵੀ ਗਾਹਾਂ ਕੀ ਸਟੈਪ ਹੈਗੇ ਆ ਉਹਨਾਂ ਦੇ, ਉਹ ਫਾਈਨਲਾਈਜ਼ ਨਹੀਂ ਹੋਏ। ਸੋ ਬਾਕੀ ਗੱਲ ਜਿਹੜੀ ਆਪਣੇ ਤੁਸੀਂ ਦੱਸਦੇ ਆ ਕਿ ਇਹ ਅਜੇ ਵੀ ਇੱਦਾਂ ਹੋ ਸਕਦਾ ਕਿ ਸਿਟੀ ਪੁਲਿਸ ਵਾਲਾ ਸਾਰਾ ਜੋ ਕੁਛ ਚੱਲਿਆ ਇਹ ਬੰਦ ਹੋ ਜਾਏ ਤੇ RCMP ਹੀ ਰਹਿ ਜਾਏ? ਇਹ ਹੁਣ
ਇਹ ਮੇਰੇ ਨਾਲੋਂ ਇਹ ਗੱਲ ਬਹੁਤ ਵੱਡੀ ਹੈ। ਇਹ ਹੁਣ ਜੇ ਤੁਸੀਂ ਸੂਬੇ ਨੂੰ ਜਾ ਕੇ ਪੁੱਛਣਾ ਪੈਣਾ ਵੀ ਇਹ ਕੰਟਰੈਕਟ ਕਾਹਤੇ ਨਹੀਂ ਫਿਨਿਸ਼ ਹੋਇਆ, ਉਹਨਾਂ ਨੇ ਹਾਲੇ ਤੱਕ RCMP ਫੈਡਰਲ ਗਵਰਨਮੈਂਟ ਨੂੰ ਦੱਸਿਆ ਕਾਹਤੇ ਨਹੀਂ ਵੀ ਇਹ ਕੰਟਰੈਕਟ ਦੀ ਡਿਸੋਲਵਿੰਗ ਹੋ ਚੁੱਕੀ ਆ। ਸੋ ਲੀਗਲ ਲੈਵਲ 'ਤੇ ਇਹ ਜਿਹੜੀਆਂ ਤੁਹਾਨੂੰ ਪਤਾ ਹੁਣ ਕੀ ਗੱਲਾਂ ਜਿਹੜੀ ਟੈਕਨੀਕਲ ਹੁੰਦੀਆਂ ਆ ਵੀ ਉਹਦਾ ਵੀ ਪ੍ਰੋਸੈਸ ਹੁੰਦਾ ਆ, ਮਤਲਬ ਕੁਛ ਚਿਰ ਪਹਿਲਾਂ ਦੱਸਣਾ ਪਊਗਾ। ਹਾਂਜੀ, ਸੋ ਉਹ ਹੁਣ ਕਿੰਨਾ ਟਾਈਮ ਲੱਗੂਗਾ, 2 ਸਾਲ 3 ਸਾਲ, ਹਾਲੇ ਇਹ ਹਾਲੇ ਕੋਈ ਕਲੀਅਰ ਗੱਲ ਨਹੀਂ ਹੋਈ। ਮਤਲਬ ਇਹਦਾ ਇਦਾਂ ਕੁਝ ਨਹੀਂ ਹੈ ਵੀ ਅਗਲੇ ਸਾਲ ਜਿਹੜੀ ਇਹ ਸਿਟੀ ਪੁਲਿਸ ਆ ਜਾਣੀ ਹੈ ਇੱਕਦਮ? ਨੋ, ਆਈ ਮੀਨ ਹਾਲੇ ਤੱਕ ਇੱਥੇ ਤੱਕ ਸਾਨੂੰ ਪਤਾ ਆ ਵੀ ਸਿਟੀ ਦੀ ਆਸ ਹੈਗੀ ਵੀ April 2021 ਤੱਕ ਹੋ ਜੂਗੀ ਇਹ ਟ੍ਰਾਂਜੀਸ਼ਨ। ਹਾਊਐਵਰ ਜੇ ਤੁਸੀਂ ਦੇਖੋ ਸੂਬੇ ਨੇ ਜਿਹੜੀ ਪੁਲਿਸ ਐਕਟ ਆ ਉਹਦੀ ਜਿਹੜੀ ਰਿਫੋਰਮ ਆ, ਪੁਲਿਸ ਐਕਟ ਨੂੰ ਇਹਨਾਂ ਨੇ ਰਿਫੋਰਮ ਕਰਨਾ। ਸੋ ਇਹਦਾ ਮਤਲਬ ਹੈ ਵੀ ਜਿਹੜੀ ਜਿੱਦਾਂ ਆਪਾਂ ਪੁਲਿਸਿੰਗ ਕਰ ਰਹੇ ਹਾਂ ਇਸ ਵੇਲੇ ਸੂਬੇ ਦੇ ਵਿੱਚ, ਉਹਦੀ ਪੂਰੀ ਸਟੱਡੀ ਕਰਨੀ ਹੈ ਇਹਨਾਂ ਨੇ। ਉਹ ਤਾਂ ਰਿਪੋਰਟ ਮਈ ਦੇ ਵਿੱਚ 2021 ਦੇ ਵਿੱਚ ਨਿਕਲਣੀ ਆ। ਸੋ ਜੇ ਉਹਦੇ ਹਾਲੇ ਰੈਕਮੈਂਡੇਸ਼ਨ ਆਉਣੇ ਆ ਹੈ ਨਾ, ਸੋ ਉਹ ਹਾਲੇ ਰੈਕਮੈਂਡੇਸ਼ਨ ਮਈ 'ਚ ਆਉਣੇ ਆ। ਇਹ ਕਹਿੰਦੇ ਆਪਾਂ ਪੁਲਿਸ ਜਾਰੀ ਸ਼ੁਰੂ ਕਰ ਦੇਣੀ ਆਪਾਂ ਸਰੀ ਦੀ April ਦੇ ਵਿੱਚ। ਸੋ ਆਈ ਥਿੰਕ ਕਈ ਗੱਲਾਂ ਹਾਲੇ ਕਲੀਅਰ ਨਹੀਂ ਹੋਈਆਂ। ਇਹ ਹੁਣ ਦੁਬਾਰਾ ਕਿਉਂ ਲੋਕਾਂ ਦੇ ਵਿੱਚ ਚਰਚਾ ਛਿੜੀ ਆ, ਜਾਂ ਲੋਕ RCMP ਦੇ ਹੱਕ 'ਚ ਹੁਣ ਕਿਉਂ ਆਉਣਾ ਸ਼ੁਰੂ ਹੋਏ ਆ? ਇਹ ਤਾਂ ਹੁਣ ਇੱਕ ਤਾਂ ਗੱਲ ਇਹ ਤਾਂ ਹੁਣ ਆਪਾਂ ਨੂੰ ਰੈਜ਼ੀਡੈਂਟਸ ਨੂੰ ਪੁੱਛਣਾ ਪਊਗਾ ਹਾਊ, ਪਰ ਇੱਥੇ ਤੱਕ ਮੇਰੀ ਸਮਝ ਇੰਨੀ ਆ ਵੀ ਜਿਹੜੀ ਦੇਖੋ ਪੁਲਿਸ ਜਿਹੜੀ ਆਪਾਂ ਸਿਟੀ ਦੇ ਵਿੱਚ ਆ, ਸਰੀ ਰੈਜ਼ੀਡੈਂਟਸ ਜਿਹੜੇ ਆਪਣੇ ਹੈ, ਆਸ ਤਾਂ ਆਪਣੀ ਸਾਰਿਆਂ ਦੀ ਇਹ ਆ ਵੀ ਚੰਗੀ ਪੁਲਿਸ ਹੋਣੀ ਚਾਹੀਦੀ। ਬਿਲਕੁਲ ਬਿਲਕੁਲ। ਸਾਡੇ ਸੁਖਸ਼ੀਅਤ ਲਈ, ਰੱਖਿਆ ਲਈ ਐਵਰੀਥਿੰਗ ਬੈਸਟ ਹੋਣੀ ਚਾਹੀਦੀ ਪੁਲਿਸ, ਰਾਈਟ, ਜਿਹੜੀ ਵੀ ਪੁਲਿਸ ਹੈ। ਸੋ ਜਦੋਂ ਹੁਣ ਰੈਜ਼ੀਡੈਂਟਸ ਪੁੱਛਦੇ ਵੀ ਗਾਹਾਂ ਪੁਲਿਸ ਹੈਗੀ ਕਿਹੜੀ ਆ, ਉਹਦਾ ਕੋਈ ਕਲੀਅਰ ਰਿਪੋਰਟ ਆਈ ਨਹੀਂ ਹੁਣ। ਸੋ ਹੁਣ ਕਰਕੇ ਨੇੜੇ ਆ ਰਹੇ ਹਾਂ ਆਪਾਂ ਵੀ ਜਿੱਥੇ ਤੱਕ ਆਪਣਾ ਸਿਟੀ ਨੇ ਕਿਹਾ ਵੀ ਅਸੀਂ April ਤੱਕ 9 ਮਹੀਨਿਆਂ ਦੇ ਵਿੱਚ ਨਵੀਂ ਪੁਲਿਸ ਦੇਣੀ। ਹਾਲੇ ਤੱਕ ਰੈਜ਼ੀਡੈਂਟਸ ਨੂੰ ਇਹ ਨਹੀਂ ਪਤਾ ਵੀ ਉਹ ਪੁਲਿਸ ਨੇ ਚੰਗੀ ਕਿੱਦਾਂ ਹੋਊਗੀ, ਉਹਦੇ ਮਾਡਲ ਕੀ ਆ। ਕੋਈ ਉਹਦੇ ਨਾਲ ਰਿਪੋਰਟ ਨਹੀਂ ਅਟੈਚ ਹੋਈ ਪਈ, ਜਾਂ ਦੱਸਿਆ ਨਹੀਂ ਗਿਆ ਵੀ ਅਸੀਂ ਪੁਲਿਸਿੰਗ ਨੂੰ ਇਹ ਆਪਣਾ ਜਿਹੜਾ ਕ੍ਰਾਈਮ ਰੇਟ, ਜੋ ਵੀ ਇਸ਼ੂਜ਼ ਆਪਣੇ ਉੱਠੇ ਸੀ ਵੀ ਉਹਨਾਂ ਨੂੰ ਅਸੀਂ ਰਿਜ਼ੋਲਵ ਕਰਨਾ ਕਿੱਦਾਂ ਆ। ਸੋ ਜਦੋਂ ਹੁਣ ਆਪਣੀ ਦੇਖੋ ਆਪਣੇ ਸਰੀ ਦੇ ਰਹਿਣ ਵਾਲੇ ਸਾਰੇ ਜਣੇ ਪ੍ਰੋਫੈਸ਼ਨਲ ਲੋਕ ਆ, ਸਮਾਰਟ, ਐਵਰੀਵਨ ਇਜ਼ ਵੈਰੀ ਇੰਟੈਲੀਜੈਂਟ ਬੰਦੇ ਆਪਣੇ ਇੱਥੇ। ਉਹ ਜਦੋਂ ਦੇਖਦੇ ਵੀ ਸਾਨੂੰ ਤਾਂ ਹਾਲੇ ਕੁਝ ਪਤਾ ਵੀ ਨਹੀਂ ਲੱਗਾ ਵੀ ਇਹਦਾ ਵੀ ਇਹ ਕਰਨਾ ਕਿੱਦਾਂ ਆ, ਇਹਦਾ ਆਪਾਂ ਨੂੰ ਬੈਨੀਫਿਟ ਕੀ ਹੋਊਗਾ। ਸੋ ਜਦੋਂ ਆਪਾਂ ਇਹ ਗੱਲਾਂ ਬਾਤਾਂ ਸਾਰੇ ਪੁੱਛਣ ਲੱਗਦੇ ਹਾਂ ਫਿਰ ਆਪੇ ਹੀ ਕਮਿਊਨਿਟੀ ਨੇ ਸਵਾਲ ਉਹਨਾਂ ਨੇ ਉਠਾਉਣੇ ਆ। ਸੋ ਜਿੰਨਾ ਐਟ ਲੀਸਟ ਉਹਨਾਂ ਨੂੰ ਜਿਹੜੇ ਜਵਾਬ ਆ ਪਹੁੰਚਣੇ ਚਾਹੀਦੇ ਆ ਇਸ ਵੇਲੇ, ਕਰਕੇ ਕਮਿਊਨਿਟੀ ਇਸ ਵੇਲੇ ਪੁੱਛ ਰਹੀ ਹੈ ਵੀ ਇਹ ਪੁਲਿਸ ਟ੍ਰਾਂਜੀਸ਼ਨ ਹੋਣਾ ਕਿੱਦਾਂ ਆ, ਇਹਦਾ ਖਰਚ ਕਿੰਨਾ ਹੋਣਾ ਆ, ਇਹਦੀ ਬੈਨੀਫਿਟ ਸਾਨੂੰ ਕੀ ਆ। ਸੋ ਇਸ ਕਰਕੇ ਰੈਜ਼ੀਡੈਂਟਸ ਪੁੱਛ ਰਹੇ ਆ। ਇੱਕ ਇਹਦੇ ਵਿੱਚ ਇਹ ਗੱਲ ਕਹੀ ਜਾਂਦੀ ਸੀ, ਜਿਸ ਗੱਲ ਤੋਂ ਇਹ ਮੁੱਦਾ ਉੱਠਿਆ ਸੀ ਕਿ ਕ੍ਰਾਈਮ ਸਾਡੇ ਹੋ ਰਿਹਾ ਇੱਥੇ ਬਹੁਤ ਜ਼ਿਆਦਾ, ਇਹਨੂੰ ਹੈਂਡਲ ਕਰਨ ਦੇ ਲਈ RCMP ਕੈਪੇਬਲ ਨਹੀਂ, ਜਾਂ ਉਹਨਾਂ ਤੋਂ ਹੋਇਆ ਨਹੀਂ ਇਹ ਜਿਹੜੀ ਇੱਥੇ ਤੱਕ ਇੰਨੀ ਮਾੜੀ ਹਾਲਤ ਬਣ ਗਈ। ਵੀ ਹੁਣ ਜੇ ਸਿਟੀ ਪੁਲਿਸ ਹੋਊਗੀ ਤਾਂ ਸਿਟੀ ਪੁਲਿਸ ਉਹਨੂੰ ਜ਼ਿਆਦਾ ਚੰਗੀ ਤਰ੍ਹਾਂ ਹੈਂਡਲ ਕਰ ਸਕੂਗੀ। ਸਾਡੇ ਇੱਥੇ ਸਰੀ ਦੇ ਲੋਕ ਹੋਣਗੇ, ਆਪਣੇ ਮੁੰਡੇ ਹੋਣਗੇ, ਉਹਨਾਂ ਨੂੰ ਸਰੀ ਦਾ ਪਤਾ ਹੋਊਗਾ। ਇਹ ਵੈਲਿਡ ਲੌਜਿਕ ਨਹੀਂ ਹੈ? ਸਭ ਤੋਂ ਪਹਿਲਾਂ ਜਿਹੜੀ ਸਰੀ ਦੀ ਪੁਲਿਸ ਹੈਗੀ ਇਸ ਵੇਲੇ RCMP, ਉਹ ਸਿਟੀ ਦੀ ਪੁਲਿਸ ਆ। ਕਦੇ ਬਾਹਰੋਂ ਆਉਂਦੇ ਆ ਜਾਂ ਜੇ ਤੁਸੀਂ ਦੇਖੋ ਹੁਣ ਜਿਹੜੇ ਵੀ ਆਫਿਸਰਸ ਇੱਥੇ ਹੈਗੇ ਆ, ਤੁਸੀਂ ਇਹਦੇ 'ਤੇ ਕੋਈ ਡਾਟਾ ਹੈ ਨਹੀਂ ਵੀ ਬਾਹਰੋਂ ਆਉਂਦੇ ਆ ਜਾਂ ਆ ਕੇ ਚਲ ਜਾਂਦੇ ਆ। ਮੈਜੋਰਿਟੀ ਇੱਦਾਂ ਆ। ਦੇਖੋ BC ਬਹੁਤ ਵਧੀਆ ਸੂਬਾ ਆ, ਸਾਰੇ ਇੱਥੇ ਰਹਿਣਾ ਚਾਹੁੰਦੇ ਆ। ਇੱਥੇ ਸਰੀ ਦੇ ਤੁਸੀਂ ਆਫਿਸਰਸ ਨੂੰ ਦੇਖੋ, ਮੈਜੋਰਿਟੀ RCMP ਆਫਿਸਰਸ ਇਸੇ ਰੀਜਨ ਦੇ ਵਿੱਚ ਰਹਿੰਦੇ ਆ, ਫਰੇਜ਼ਰ ਵੈਲੀ ਰੀਜਨ, ਜਾਂ ਤਾਂ ਸਰੀ ਦੇ ਸ਼ਹਿਰ ਦੇ ਵਿੱਚ, ਜਾਂ ਕਲੋਵਰਡੇਲ, ਜਾਂ ਲੈਂਗਲੀ, ਆਪਣੇ ਲਗਭਗ ਏਰੀਆਜ਼ ਦੇ ਵਿੱਚ ਆਪਣੀਆਂ ਫੈਮਲੀਜ਼। ਮੈਂ ਕਈਆਂ ਨੂੰ ਜਾਣਦਾ ਹਾਂ, ਅਸੀਂ ਸਾਰੇ ਇਕੱਠੇ ਫੁੱਟਬਾਲ ਵਗੈਰਾ ਵੀ ਖੇਡਦੇ ਹਾਂ। ਸੋ ਉਹ ਕਮਿਊਨਿਟੀ ਦੇ ਵਿੱਚ ਕੋਚਿੰਗ ਵੀ ਕਰਦੇ, ਦੇ ਆਰ ਡੀਪਲੀ ਰੂਟਡ ਇਨ ਦ ਕਮਿਊਨਿਟੀ। ਸੋ ਜੇ ਕੋਈ
RCMP ਦੇ ਟ੍ਰੇਨਿੰਗ ਫੈਸਿਲਿਟੀ ਤੋਂ ਨਵਾਂ ਆ ਕੇ ਮੂਵਮੈਂਟ ਥੋੜ੍ਹੀ ਬਹੁਤੀ ਹੁੰਦੀ, ਉਹ ਤਾਂ ਹਰ ਇੱਕ ਆਰਗੇਨਾਈਜੇਸ਼ਨਸ ਦੇ ਵਿੱਚ ਹੁੰਦੀ ਆ, ਰਾਈਟ। ਪਰ ਇਹਦਾ ਇੰਨਾ ਨਹੀਂ ਵੀ ਉਹ ਬਹੁਤ ਵੱਡਾ ਡਾਟਾ ਆ ਵੀ ਇੱਥੇ ਰਹਿੰਦੇ ਨਹੀਂ ਤਾਂ ਚਲ ਜਾਂਦੇ ਆ। ਇਹ ਤਾਂ ਮੇਰੇ ਹਿਸਾਬ ਨਾਲ ਥੋੜ੍ਹੀ ਜਿਹੀ ਮਿਸ ਇਨਫੋਰਮੇਸ਼ਨ ਆ। ਮੋਸਟਲੀ ਜੇ ਤੁਸੀਂ ਇਸ ਗੱਲ ਨੂੰ ਥੋੜ੍ਹਾ ਜਿਹਾ ਅਗਾਂਹ ਵੀ ਦੇਖੋ, RCMP ਦੇ ਇੱਥੇ ਹੋਣ ਦੇ ਫਾਇਦੇ ਇਹਦੇ ਵਿੱਚ ਇਹ ਵੀ ਫਾਇਦਾ ਆ। ਹੁਣ ਆਪਣੇ ਖਾਸ ਕਰਕੇ ਆਪਣੀ ਕਮਿਊਨਿਟੀ 'ਚ ਦੇਖੋ ਤੁਸੀਂ, ਬਹੁਤ ਜਿਹੜੇ ਬੱਚੇ ਯੰਗ ਬੱਚੇ ਜਿਹੜੇ ਭਰਤੀ ਹੁੰਦੇ ਪੁਲਿਸ ਦੇ ਵਿੱਚ, ਉਹਨਾਂ ਨੇ ਆਪਣਾ ਕਰੀਅਰ ਵੀ ਗਾਹਾਂ ਦੇਖਣਾ ਆ, ਰਾਈਟ। ਸੋ RCMP ਦਾ ਫਾਇਦਾ ਇਹ ਹੈਗਾ ਉਹਨਾਂ ਲਈ ਵੀ ਜੇ ਤੁਸੀਂ ਸ਼ੁਰੂ ਕਰਦੇ ਆ ਕਾਂਸਟੇਬਲ ਲੈਵਲ ਤੋਂ, ਤੁਸੀਂ ਇਨਵੈਸਟੀਗੇਟਰ ਬਣ ਸਕਦੇ, ਲੀਡ ਇਨਵੈਸਟੀਗੇਟਰ, ਸਟਾਫ ਸਰਜੈਂਟ, ਸੁਪਰਇੰਟੈਂਡੈਂਟ। ਹੁਣ ਤੁਸੀਂ ਦੇਖੋ ਸ਼ੌਨ ਗਿੱਲ ਆਪਣੇ ਖਾਸ ਕਰਕੇ ਆਪਣੇ ਮੁੱਲ ਦੇ ਕਮਿਊਨਿਟੀ ਤੋਂ ਆ, ਹੀ ਇਜ਼ ਅ ਚੀਫ ਸੁਪਰਇੰਟੈਂਡੈਂਟ ਨਾਓ, ਰਾਈਟ। ਸੋ ਉਹ ਵੀ ਆਈ ਹਿੱਟ ਤੇ ਦੇਵ ਚੌਹਾਨ ਆਈ ਹਿੱਟ ਦੇ ਰਹੇ ਬਹੁਤ ਦੇਰ ਦੇ। ਆਪਣੇ ਹੁਣ ਸਰੀ RCMP ਦੇ ਮੇਨ ਮੀਡੀਆ ਸਪੋਕਸਪਰਸਨ ਜੋਨੀ ਸਿੱਧੂ ਆ। ਸੋ ਇਹ ਬੱਚੇ ਆਪਣੇ ਇੱਥੇ ਦੇ ਜੰਮਪਲ ਹੈਗੇ ਆ, ਇੱਥੇ ਦੇ ਸ਼ਹਿਰ ਦੇ ਆ। ਸੋ ਨਾਲੇ ਇੱਥੇ ਤਰੱਕੀ ਕਰਨਾ ਚਾਹੁੰਦੇ ਆ, ਰਾਈਟ। ਜੇ ਤੁਸੀਂ ਸਰੀ PD ਦੇਖੋ, ਉਹਦਾ ਮਾਡਲ ਦੇ ਹਿਸਾਬ ਨਾਲ ਸਿਟੀ ਪੁਲਿਸ ਦੇ ਵਿੱਚ ਜਿਹੜਾ ਬੱਚਾ ਉੱਥੇ ਭਰਤੀ ਹੋਊਗਾ ਉਹ ਕਾਂਸਟੇਬਲ ਹੀ ਰਹੂਗਾ। ਦੇਰ ਇਜ਼ ਨੋ ਰੂਮ ਫॉर career advancement, ਰਾਈਟ। ਸੋ ਇਹ ਵੀ ਸੋ ਮੇਰੇ ਹਿਸਾਬ ਨਾਲ ਜਿੱਥੇ ਤੱਕ ਸਾਡੀ ਗੱਲਬਾਤ ਹੋਈ ਹੈ ਪੁਲਿਸ ਆਫਿਸਰਸ ਨਾਲ, ਉਹ ਤਾਂ ਕਹਿ ਰਹੇ ਵੀ ਇਹ ਅਸੀਂ ਤਾਂ ਕਿਸੇ ਨੇ ਨਹੀਂ ਕਿਹਾ ਵੀ ਅਸੀਂ ਇੱਥੇ ਟ੍ਰੇਨਿੰਗ ਲਈ ਆਉਂਦੇ ਸੀ ਉੱਥੇ ਚਲ ਜਾਣਾ, ਜਾਂ ਅਸੀਂ ਸਰੀ ਪੁਲਿਸ ਸਾਨੂੰ ਜ਼ਿਆਦਾ ਵਧੀਆ ਲੱਗਦੀ ਹੈ। ਸੋ ਆਈ ਡੋਂਟ ਨੋ ਇਹ ਕਿੱਥੋਂ ਇਨਫੋਰਮੇਸ਼ਨ ਆ ਰਹੀ ਆ। ਅੱਛਾ, ਜਿਹੜੀ ਐਬਸਫੋਰਡ ਦੇ ਵਿੱਚ ਉਹਨਾਂ ਦੀ ਪੁਲਿਸ ਆ, ਵੈਨਕੂਵਰ ਦੇ ਵਿੱਚ ਉਹਨਾਂ ਦੀ ਪੁਲਿਸ ਆ, ਉੱਥੇ ਕ੍ਰਾਈਮ ਰੇਟ ਘੱਟ ਆ? ਕੁਛ ਤੁਹਾਡੀ ਜਾਣਕਾਰੀ ਹੈ ਵੀ ਸਰੀ ਨਾਲੋਂ, ਜਾਂ ਫਰਕ ਆ ਕੋਈ ਬਹੁਤ ਜ਼ਿਆਦਾ? ਇਹਦੇ 'ਤੇ ਡਾਟਾ ਹੈਗਾ ਆ। ਸੋ ਜੇ ਤੁਸੀਂ ਦੇਖੋ, ਇਹ ਟਿਪਿਕਲੀ ਇਹ ਚੀਜ਼ਾਂ ਮੈਜਰ ਹੁੰਦੀਆਂ ਆ ਵੀ ਆਬਾਦੀ ਦੇ ਹਿਸਾਬ ਨਾਲ, ਰਾਈਟ। ਪੋਪੂਲੇਸ਼ਨ ਕਿੰਨੀ ਆ ਐਂਡ ਏਰੀਆ ਸਾਈਜ਼ ਕਿੰਨਾ ਆ। ਸੋ ਆਪਾਂ ਕੰਪੇਅਰ ਕਰ ਲਈਏ, ਜੇ ਆਪਾਂ ਨੂੰ ਇੰਨਾ ਪਤਾ ਆ, ਐਸਟੀਮੇਟ ਕਰ ਰਹੇ ਆ ਗਾਹਾਂ ਵੀ ਸਰੀ ਵੈਨਕੂਵਰ ਤੋਂ ਪੋਪੂਲੇਸ਼ਨ ਇਹਦੀ ਸ਼ਾਇਦ ਵੱਧ ਜੂਗੀ ਇਨ ਨੈਕਸਟ 20-25 ਸਾਲਾਂ 'ਚ। ਸੋ ਉਹਦੇ ਨਾਲ ਜੇ ਕੰਪੇਅਰ ਕਰੀਏ, ਕ੍ਰਾਈਮ ਰੇਟ ਐਕਚੁਅਲੀ ਇਜ਼ ਸੇਮ। ਐਕਚੁਅਲੀ ਵੈਨਕੂਵਰ ਦੇ ਵਿੱਚ ਥੋੜ੍ਹੀ ਜਿਹੀ ਜ਼ਿਆਦਾ ਆ। ਸੋ ਉੱਥੇ ਤਾਂ ਸਿਟੀ ਪੁਲਿਸ ਆ, ਕਿੰਨੀ ਦੇਰ ਦੀ ਸਿਟੀ ਪੁਲਿਸ ਉੱਥੇ ਆ, ਰਾਈਟ। ਐਂਡ ਆਪਾਂ ਇੱਥੇ ਦੇਖੀਏ ਸਰੀ ਨੂੰ ਆਪਾਂ ਜੇ ਕ੍ਰਿਟਿਸਾਈਜ਼ ਕਰ ਰਹੇ ਹਾਂ ਵੀ ਸਰੀ RCMP ਇੱਥੇ ਆ, ਤਾਂ ਉੱਥੇ ਸਿਟੀ ਪੁਲਿਸ ਆ। ਸੋ ਉਹਨਾਂ ਦੇ ਡਾਟਾ ਦੇ ਹਿਸਾਬ ਨਾਲ ਜੇ ਚੱਲੋ, ਕ੍ਰਾਈਮ ਰੇਟ ਤਾਂ ਸਗੋਂ ਉੱਥੇ ਐਕਚੁਅਲੀ ਸਿਟੀ ਵੈਨਕੂਵਰ ਸਿਟੀ ਦੇ ਵਿੱਚ ਜ਼ਿਆਦਾ ਆ, ਰਾਈਟ। ਸੋ ਇਫ ਯੂ ਵਾਂਟ ਟੂ ਐਵੀਡੈਂਸ ਦੇ ਹਿਸਾਬ ਨਾਲ ਜੇ ਦੇਖੀਏ, ਸੋ ਇਹ ਆਪਾਂ ਨੂੰ ਇਹ ਵੀ ਸ਼ਾਇਦ ਇਨਫੋਰਮੇਸ਼ਨ ਯੂ ਨੋ ਮੇਬੀ ਆਪਾਂ ਇੱਥੇ ਤੱਕ ਕਹਿ ਸਕਦੇ ਹਾਂ ਵੀ RCMP ਦੀ ਜ਼ਿੰਮੇਵਾਰੀ ਇਹ ਵੀ ਹੋਣੀ ਚਾਹੀਦੀ ਵੀ ਕ੍ਰਾਈਮ ਰੇਟ ਲੈਵਲਸ ਵੀ ਰਿਪੋਰਟ ਕਰੋ ਜ਼ਿਆਦਾ। ਹੁਣ ਜਿਹੜੀ ਸਕਸੈਸ ਹੁੰਦੀ ਆ ਕਈ ਵਾਰੀ ਆਪਣੇ ਕੋਈ ਵੀ ਆਰਗੇਨਾਈਜੇਸ਼ਨਸ, ਹੁਣ ਸ਼ਾਇਦ ਬਿਜ਼ਨਸ ਦੇ ਵਿੱਚ ਦੇਖੋ, ਉਹਨਾਂ ਦੀ ਜੌਬ ਹੁੰਦੀ ਆ ਵੀ ਆਪਾਂ ਆਪਣਾ ਬਿਜ਼ਨਸ ਦੀ ਸਕਸੈਸ ਆਪਾਂ ਰਿਪੋਰਟ ਕਰਨੀ ਆ, ਬਿਲਕੁਲ, ਰਾਈਟ। RCMP ਇਹਦੀ ਜੌਬ ਨਹੀਂ ਇਹ ਵੀ ਆਪਾਂ ਹੁਣ ਜਿੰਨੇ ਨਿਆਣੇ ਨੂੰ ਅਸੀਂ ਬਚਾਉਂਦੇ ਆ ਇਹਨਾਂ ਨੂੰ ਇਹ ਰਿਪੋਰਟ ਕਰੀਏ, ਅੱਜ 10 ਬਚ ਗਏ ਜਾਂ ਅੱਜ 20 ਬਚ ਗਏ। ਆਪਾਂ ਤਾਂ ਉਹ ਗਿਣਤੀ 'ਚ ਉਦੋਂ ਆਉਂਦੇ ਆ ਬੱਚੇ ਜਦੋਂ ਕੋਈ ਫਸ ਜਾਂਦਾ ਹੈ ਕੋਈ ਸਿਚੁਏਸ਼ਨ ਦੇ ਵਿੱਚ, ਜੇਲ੍ਹ 'ਚ ਜਾਂਦਾ ਜਾਂ ਅਨਫੋਰਚੂਨੇਟਲੀ ਸੈਡਲੀ ਜਿਹਦੀ ਕੋਈ ਮੌਤ ਹੋ ਜਾਂਦੀ ਆ। ਜਿਹੜਾ ਸਰੀ ਦਾ ਸਟੈਟ ਹੈਗਾ ਕੋਈ ਜਿਹੜਾ ਦੱਸਦਾ ਹੋਵੇ ਵੀ RCMP ਆ ਇੱਥੇ, ਇਹਦਾ ਕ੍ਰਾਈਮ ਰੇਟ ਪਿੱਛੇ ਨਾਲੋਂ ਅੱਗੇ ਵੱਧ ਰਿਹਾ ਕਿ ਘਟ ਰਿਹਾ? ਇਹ ਸਟੈਟਸ ਜਨਰਲੀ ਔਨ ਅ ਵਾਈਡ ਲੈਵਲ ਹੁੰਦੇ ਆ, ਤਾਂ ਇਹਦੇ ਵਿੱਚ ਸ਼ੋਅ ਕਰ ਰਿਹਾ ਵੀ ਆਪਣਾ ਕ੍ਰਾਈਮ ਰੇਟ ਐਨੂਅਲੀ ਰਿਡਿਊਸ ਹੋ ਰਿਹਾ ਹੈ। ਇੱਥੇ ਸਾਈਕਲ ਹੁੰਦੇ ਆ, ਨੋ ਡਾਊਟ, ਇਹਦੇ ਵਿੱਚ ਕੋਈ ਸ਼ੱਕ ਨਹੀਂ ਵੀ ਕਈ ਸਾਲ ਦੇ ਵਿੱਚ ਯੂ ਨੋ ਐਕਟੀਵਿਟੀ ਜੋ ਹੁੰਦੀ ਆ, ਜੋ ਡਰੱਗ ਕ੍ਰਾਈਮ ਆ ਜਾਂ ਹੋਰ ਮੇਬੀ ਕਾਰਾਂ ਦਾ ਬ੍ਰੇਕ ਇਨ ਕ੍ਰਾਈਮ ਜਾਂ ਪ੍ਰੋਪਰਟੀ ਕ੍ਰਾਈਮ, ਇੱਦਾਂ ਦੀਆਂ ਚੀਜ਼ਾਂ ਅਪ ਐਂਡ ਡਾਊਨ ਹੁੰਦੀ ਰਹਿੰਦੀ ਆ। ਬਟ ਸਟੈਡਲੀ ਇਹਦਾ ਵਾਇਲੈਂਟ ਕ੍ਰਾਈਮਸ ਲੈਵਲ, ਦੀਸ ਕਾਈਂਡਸ ਆਫ ਥਿੰਗਸ, ਉਹ ਇਸ ਵੇਲੇ ਡਾਊਨ ਹੋ ਰਹੀਆਂ, ਐਨੂਅਲੀ ਘਟ ਰਹੀਆਂ। ਇੱਕ ਬੜਾ ਵੱਡਾ ਲੌਜਿਕ ਆ ਕਿ ਜਿਹੜੇ ਵੱਡੇ ਸ਼ਹਿਰ ਆ ਜ਼ਿਆਦਾ ਪਾਪੂਲੇਸ਼ਨ ਵਾਲੇ, ਉੱਥੇ RCMP ਨਹੀਂ ਆ, ਉਹਨਾਂ ਦੀ ਲੋਕਲ ਪੁਲਿਸ ਆ। ਅਤੇ ਸਰੀ ਵੀ ਤੁਹਾਨੂੰ ਪਤਾ ਬਹੁਤ ਜ਼ਿਆਦਾ ਤੇਜ਼ੀ ਦੇ ਨਾਲ ਗਰੋ ਕਰ ਰਿਹਾ।
ਇੱਥੇ RCMP ਕਿਉਂ ਆ, ਫਿਰ ਇੱਥੇ ਲੋਕਲ ਪੁਲਿਸ ਕਿਉਂ ਨਹੀਂ ਚਾਹੀਦੀ? ਸੋ ਇਹ ਜਿਹੜੀ ਗੱਲ ਆ, ਹੁਣ ਦੇਖੋ ਮੈਂ ਇਹ ਨਹੀਂ ਕਹਿ ਰਿਹਾ ਵੀ ਆਪਾਂ ਨੂੰ ਇੱਥੇ ਲੋਕਲ ਪੁਲਿਸ ਨਹੀਂ ਹੋਣੀ ਚਾਹੀਦੀ ਜਾਂ ਸਰੀ ਪੁਲਿਸ RCMPA ਹੀ ਹੋਣੀ ਚਾਹੀਦੀ ਆ। ਆਪਾਂ ਤਾਂ ਚੰਗੀ ਪੁਲਿਸ ਚਾਹੁੰਦੇ ਆ, ਰਾਈਟ, ਜਿਹੜੀ ਸਾਡੀ ਸਰਵਿਸਿਜ਼ ਜੋ ਵੀ ਆਪਾਂ ਨੂੰ ਸੰਸਥਾ ਸਹੂਲਤਾਂ ਮਿਲਦੀਆਂ ਆ, ਰਾਈਟ, ਆਪਾਂ ਆਪਣੀ ਫੈਮਲੀਜ਼ ਨੂੰ ਜਿਹੜੀ ਜੋ ਵੀ ਪ੍ਰੋਗਰਾਮਸ ਅਵੇਲੇਬਲ ਹੈਗੇ ਆ ਵੀ ਉਹ ਰਲ ਮਿਲ ਕੇ ਫੈਮਲੀਜ਼ ਤੱਕ ਪਹੁੰਚਾਈਏ, ਰੈਜ਼ੀਡੈਂਟਸ ਤੱਕ ਪਹੁੰਚਾਈਏ। ਸੋ ਹੁਣ ਇੱਥੇ ਜਿਹੜੀ ਜਿੱਦਾਂ ਮੈਂ ਪਹਿਲਾਂ ਕਹਿ ਚੁੱਕਿਆ ਸੀ, ਸਰੀ RCMP ਐਕਚੁਅਲੀ ਸਿਟੀ ਦੀ ਪੁਲਿਸ ਆ। ਉਹ ਜਿਹੜਾ ਮਾਡਲ ਹੈਗਾ ਉਹਦਾ, ਉਹ ਸਿਟੀ ਨੂੰ ਸਰਵ ਕਰਦੀ ਆ, ਰਾਈਟ, ਇੰਨੇ ਸਾਲਾਂ ਲਈ ਸਿਟੀ ਨੂੰ ਸਰਵ ਕਰ ਰਹੀ ਆ, ਤਾਂ ਉਹ ਸਿਟੀ ਦੇ ਨਾਲ ਨਾਲ ਵੀ ਗਰੋ ਹੋ ਚੁੱਕੀ ਆ। ਜੇ ਆਪਾਂ ਹੁਣ ਖਾਸ ਕਰਕੇ ਦੇਖੀਏ, ਜੇ ਹੁਣ ਮੈਂ ਸਹੂਲਤਾਂ ਦੀ ਗੱਲ ਕੀਤੀ ਜਾਂ ਸੰਸਥਾਵਾਂ ਜਿਹੜੀਆਂ ਬਣੀਆਂ ਆ, ਉਹ RCMP ਦੀ ਪਾਰਟਨਰਸ਼ਿਪ ਦੇ ਨਾਲ ਚੱਲਦੀਆਂ ਆ, ਰਾਈਟ। ਆਪਾਂ ਚਾਹੁੰਦੇ ਆ, ਆਸ ਹੁੰਦੀ ਆ ਸਾਰਿਆਂ ਦੀ ਵੀ ਪੁਲਿਸ ਤੱਕ ਕੋਈ ਗੱਲ ਨਹੀਂ ਪਹੁੰਚਣੀ ਚਾਹੀਦੀ ਆਪਾਂ ਨੂੰ, ਵੀ ਉਹ ਪਹਿਲਾਂ ਪ੍ਰੀਵੈਂਟ ਕਰੀਏ। ਅਸਲੀ ਪੁਲਿਸਿੰਗ ਨੂੰ ਉਹਨਾਂ ਨੂੰ ਪੁਲਿਸ ਨੂੰ ਆਪਣੀ ਮਦਦ ਚਾਹੀਦੀ ਹੈ, ਉਹਨਾਂ ਨੂੰ ਕਮਿਊਨਿਟੀ ਦੀ ਮਦਦ ਚਾਹੀਦੀ ਆ। ਸਾਰਿਆਂ ਨੇ ਇਕੱਠੇ ਆਪਾਂ ਰਲ ਮਿਲ ਕੇ ਆਪਾਂ ਕ੍ਰਾਈਮ ਨੂੰ ਹੈਲਪ ਕਰਨਾ ਆ। ਉਹਨਾਂ ਦੀ ਜੋਬ ਪੁਲਿਸ ਦੀ ਹੈਗੀ ਹੈ ਵੀ ਜਦੋਂ ਕੋਈ ਕ੍ਰਾਈਮ ਹੁੰਦਾ ਉਹਨੂੰ ਫੜਨਾ। ਆਪਾਂ ਚਾਹੁੰਦੇ ਵੀ ਪੁਲਿਸ ਵੀ ਇਹ ਚਾਹੁੰਦੀ ਵੀ ਪਹਿਲਾਂ ਉਹਨੂੰ ਪ੍ਰੀਵੈਂਟ ਕਰੀਏ ਕ੍ਰਾਈਮ ਤੋਂ ਹੋਣ ਤੋਂ ਪਹਿਲਾਂ। ਸੋ ਲੈਟਸ ਗੋ ਬੈਕ, ਕਿੰਨੇ ਸਾਲ ਵੀ ਲੈ ਜਾਓ ਪਿੱਛੇ। ਮੈਂ ਹੁਣ ਪਬਲਿਕ ਸਰਵਿਸ ਦੇ ਵਿੱਚ ਬਹੁਤ ਦੇਰ ਰਿਹਾ। ਮੈਂ ਮੇਰਾ ਵੀ ਬੈਕਗਰਾਊਂਡ, ਮੈਂ ਐਟ ਰਿਸਕ ਯੂਥ ਦੇ ਨਾਲ ਮੈਂ ਕੰਮ ਕੀਤਾ। ਸਾਡੀ ਮੰਗ ਉਦੋਂ ਹੁੰਦੀ ਸੀ ਵੀ ਸਾਨੂੰ ਆਹ ਪ੍ਰੋਗਰਾਮ ਚਾਹੀਦਾ, ਗੈਂਗ ਐਗਜ਼ਿਟ ਪ੍ਰੋਗਰਾਮ ਚਾਹੀਦਾ, 1-800 ਲਾਈਨ ਚਾਹੀਦੀ ਹੈ ਵੀ ਜਿੱਥੇ ਕੋਈ ਫੈਮਿਲੀ ਨੂੰ ਪਤਾ ਵੀ ਬੱਚਾ ਸਾਡਾ ਗਲਤ ਪਾਸੇ ਜਾ ਰਿਹਾ, ਅਸੀਂ ਫੋਨ ਕਿਸੇ ਨੂੰ ਕਰ ਸਕੀਏ, ਉਹ ਆਪਾਂ ਸ਼ੁਰੂ ਕਰਨੇ। ਅਤੇ ਇਹ ਸਾਰੀਆਂ RCMP ਦੀ ਪਾਰਟਨਰਸ਼ਿਪ ਦੇ ਨਾਲ ਗੱਲਾਂ ਸ਼ੁਰੂ ਹੋਈਆਂ, ਚੱਲੀਆਂ, ਇਹ ਇੰਪਰੂਵਮੈਂਟਸ ਆਈਆਂ, ਰਾਈਟ। ਇਹ ਰਿਲੇਸ਼ਨਸ਼ਿਪ ਆਪਣੀ ਬਣੀ ਪੁਲਿਸ ਦੇ ਨਾਲ। ਸੋ ਆਪਾਂ ਨੂੰ ਵੈਸੇ ਸਹੂਲਤਾਂ ਦੀ ਲੋੜ ਆ, ਇਹ ਚੀਜ਼ਾਂ ਦੀ ਜ਼ਿਆਦਾ ਲੋੜ ਆ। ਤਾਂ ਇਹ ਫੰਡਿੰਗ ਕਿੱਥੋਂ ਆਉਂਦੀ ਆ? ਇਹ ਵੀ ਆਪਣਾ ਫੈਡਰਲ, ਜਦੋਂ RCMP ਇੱਥੇ ਹੈਗੀ ਆ, ਉਹ ਫੈਡਰਲ ਗਵਰਨਮੈਂਟ ਪੈਸੇ ਦਿੰਦੀ ਆ, ਉਹਨਾਂ ਦੀ ਪਾਰਟਨਰਸ਼ਿਪ ਦੇ ਨਾਲ ਕੰਮ ਚੱਲਦਾ ਆ। ਤਾਂ ਇਹ ਫੰਡਿੰਗ ਆਪਾਂ ਸ਼ੁਰੂ ਕਰਦੇ ਹਾਂ। ਉਹ ਗਰੁੱਪਸ ਨੂੰ ਆਪਾਂ ਸੰਸਥਾਵਾਂ ਨੂੰ ਉਹ ਪ੍ਰੋਗਰਾਮ ਸ਼ੁਰੂ ਕਰਨ ਲਈ ਪੈਸੇ ਮਿਲਦੇ ਆ। ਇਕੱਠਿਆਂ ਨੇ ਰਲ ਮਿਲ ਕੇ ਇਹ ਕ੍ਰਾਈਮ ਦੀ ਪ੍ਰੋਬਲਮ ਇਹ ਇਕੱਠਿਆਂ ਨੇ ਸੋਲਵ ਕਰਨੀ ਆ। ਦੋ ਗੱਲਾਂ ਨੇ ਪਰਮਬੈਂਸ ਜੀ। ਇੱਕ ਤਾਂ ਇਹ ਆ ਕਿ RCMP ਹੀ ਚਾਹੀਦੀ ਹੈ ਸਰੀ ਦੇ ਵਿੱਚ, ਸਿਟੀ ਪੁਲਿਸ ਚਾਹੀਦੀ ਨਹੀਂ। ਦੂਜੀ ਇਹ ਆ ਕਿ ਸਿਟੀ ਪੁਲਿਸ ਚਾਹੀਦੀ ਆ, ਪਰ ਜੇ ਉਹਦਾ ਸਾਡੇ ਕੋਲ ਮਾਡਲ ਸਪਸ਼ਟ ਹੋਵੇ, ਸਾਨੂੰ ਪਤਾ ਹੋਵੇ ਕੀ ਆ, ਜਾਂ ਜ਼ਿਆਦਾ ਚੰਗੀ ਤਰ੍ਹਾਂ ਲੋਕਾਂ ਨੂੰ ਦੱਸਿਆ ਜਾਵੇ। ਤੁਸੀਂ ਕਿਹੜੀ ਗੱਲ ਦੀ ਸਪੋਰਟ ਕਰਦੇ ਹੋ? ਇਹੀ ਮੈਂ ਹੁਣ ਜਿੱਦਾਂ ਮੈਂ ਇਹ ਕਹਿ ਕੇ ਹਟਿਆ, ਆਈ ਥਿੰਕ ਇਹ ਤੋਂ ਆਪਾਂ 2-3 ਸਟੈਪ ਗਾਹਾਂ ਜੇ ਜਾਈਏ, ਆਪਾਂ ਅਗੇਨ ਚਾਹੁੰਦੇ ਵੀ ਬੈਸਟ ਪੁਲਿਸ ਹੋਵੇ, ਰਾਈਟ। forget it, let's say Surrey police ਹੈ ਜਾਂ RCMP ਹੈ, ਆਪਾਂ ਤਾਂ ਚਾਹੁੰਦੇ ਹਾਂ ਵੀ ਜਿਹੜਾ ਉਹਦਾ ਮਾਡਲ ਆ ਉਹ ਆਪਣੇ ਸਿਟੀ ਲਈ ਕੇਟਰ ਹੋਵੇ, ਡਿਜ਼ਾਈਨ ਇੱਦਾਂ ਉਹਦਾ ਹੋਵੇ ਵੀ ਸਿਟੀ ਨੂੰ ਬੈਸਟ ਕਿੱਦਾਂ ਉਹਨੇ ਹੈਂਡਲ ਕਰਨਾ। ਸੋ ਉਹਨਾਂ ਨੇ ਪੁਲਿਸ ਆਫਿਸਰ ਕਿੱਦਾਂ ਦੇ ਭਰਤੀ ਕਰਨੇ ਆ, ਇਹ ਸਾਰੀਆਂ ਚੀਜ਼ਾਂ ਆਪਾਂ ਨੂੰ ਦੇਖਣੀਆਂ ਚਾਹੀਦੀਆਂ ਆ। ਸੋ ਇਹ ਵੀ ਆਪਣੀ ਆਵਾਜ਼ ਦੇ ਨਾਲ ਗਾਹਾਂ ਆਪਾਂ ਆਉਂਦੇ ਆ। ਜੇ ਹੁਣ ਮੈਂ ਤੁਹਾਨੂੰ ਦੱਸਦਾ ਵੀ ਸੋ ਆਪਾਂ ਜੇ ਇੰਪਰੂਵਮੈਂਟ ਦੀ ਲੋੜ ਆ, ਆਪਾਂ ਤਾਂ ਗੱਲ ਕਰਦੇ ਵੀ ਇੰਪਰੂਵਮੈਂਟ ਦੀ ਲੋੜ ਵਧੀਆ ਹੋਵੇ, ਕੋਈ ਹੋਵੇ। ਸੋ ਆਪਾਂ ਗੱਲਬਾਤ ਕਰਕੇ ਤਾਂ ਜਿੱਥੇ ਜਿੱਥੇ ਆਪਣੀ ਲੋੜ ਆ ਵੀ ਉਹ ਆਪਾਂ ਇਹਨਾਂ ਨੂੰ ਪਹੁੰਚਾਉਣੀ ਆ, ਰਾਈਟ। ਸੋ ਮੈਂ ਹੁਣ ਐਗਜ਼ਾਮਪਲ ਤੁਹਾਨੂੰ ਦਿੰਦਾ। 2004 ਦੇ ਵਿੱਚ ਆਪਣੇ ਕਮਿਊਨਿਟੀ ਨੇ ਸਾਰਿਆਂ ਨੂੰ ਇਕੱਠਿਆਂ ਕਰਕੇ ਗੁਰਦੁਆਰੇ, ਸੰਸਥਾਵਾਂ, ਸੁਸਾਇਟੀ ਸਾਰੀਆਂ, ਸਿਟੀਜ਼, ਮਿਊਨਿਸਪੈਲਿਟੀ ਲੀਡਰ ਸਾਰੇ ਇਕੱਠੇ ਹੋ ਕੇ ਉਦੋਂ ਗੈਂਗ ਦੀ ਟਾਸਕ ਫੋਰਸ ਕਿਹਾ ਸੀ ਵੀ ਆਪਾਂ ਨੂੰ ਲੋੜ ਆ ਇਹਦੀ। ਬਿਕਾਜ਼ ਆਰਗੇਨਾਈਜ਼ਡ ਕ੍ਰਾਈਮ, ਜਿਹੜੇ ਗੈਂਗਸ ਦਾ ਇਸ਼ੂ ਜਿਹੜਾ ਸੀ, ਉਹ ਸਿਰਫ ਇੱਕ ਗਰੁੱਪ ਨਹੀਂ ਸੀ, ਉਹ ਮਲਟੀਪਲ ਗਰੁੱਪ ਸੀਗੀਆਂ, ਕਿੰਨੇ ਗੈਂਗ ਵੀ ਉਹ ਆਪਾਂ ਕਿੱਦਾਂ ਪੁਲਿਸ ਨੇ ਇਕੱਠੇ ਹੋ ਕੇ ਇਨਫੋਰਮੇਸ਼ਨ ਸ਼ੇਅਰ ਕਰਨੀ ਆ। ਸਿਟੀ ਆਪਣੇ ਵੈਂਕੂਵਰ ਸਿਟੀ ਪੁਲਿਸ ਆ, ਸਰੀ ਵਿੱਚ RCMP ਸੀ, ਐਬਟਸਫੋਰਡ ਪੁਲਿਸ ਆ। ਸੋ ਆਪਾਂ ਸਾਰਿਆਂ ਨੇ ਇਕੱਠਿਆਂ ਨੇ ਇੱਦਾਂ ਕਿੱਦਾਂ। ਸੋ
ਉਹ ਆਪਣੀ ਕਮਿਊਨਿਟੀ ਦੀ ਆਵਾਜ਼ ਦੇ ਨਾਲ ਉਹ ਇੰਟਰੋਡਿਊਸ ਕੀਤੀ ਗਈ ਸੀ। ਉਸ ਮੀਟਿੰਗ ਤੋਂ ਉਹ ਆਪਣੀ ਇੰਟੀਗ੍ਰੇਟਡ ਗੈਂਗ ਟਾਸਕ ਫੋਰਸ ਬਣੀ ਸੀ। ਐਂਡ ਆਪਾਂ ਦੇਖਦੇ ਹੁਣ ਉਹ ਵੀ ਸਰੀ ਦੇ ਵਿੱਚ ਜਿਹੜੀ ਆਪਣੀ ਬਿਲਡਿੰਗਸ ਉੱਥੇ ਹੈਗੀ ਆ ਗ੍ਰੀਨ ਟਿੰਬਰਸ ਦੇ ਵਿੱਚ 60 ਮਿਲੀਅਨ ਪਲੱਸ ਫੈਸਿਲਿਟੀ। ਸੋ ਇਹ ਆਪਣੀ ਕਮਿਊਨਿਟੀ ਦੇ ਨਾਲ ਇੰਗੇਜਮੈਂਟ ਦੇ ਨਾਲ ਗੱਲਬਾਤ ਕਰਕੇ ਆਪਾਂ ਨੂੰ ਇਹ ਪੁੱਛਣਾ, ਆਪਾਂ ਨੂੰ ਆਈਡੀਆਜ਼ ਮੂਹਰੇ ਲਿਆਉਣੇ ਚਾਹੀਦੇ ਵੀ ਓਕੇ ਜਿੱਦਾਂ ਉਸ ਟਾਈਮ ਵੀ ਆਪਾਂ ਕੀਤਾ ਸੀ, ਆਪਾਂ ਪੁੱਛਿਆ ਸੀ ਵੀ ਸਾਨੂੰ ਗੈਂਗ ਦੀ ਟਾਸਕ ਫੋਰਸ ਕਿਸੇ ਤਰ੍ਹਾਂ ਕੋਈ ਨਾ ਕੋਈ ਹੋਣੀ ਚਾਹੀਦੀ ਆ, ਤਾਂ ਕਮਿਊਨਿਟੀ ਦੇ ਪ੍ਰੈਸ਼ਰ ਦੇ ਨਾਲ ਪੁੱਛਣ ਦੇ ਨਾਲ ਉਹ ਬਣੀ ਗਈ। ਸੋ ਇੱਦਾਂ ਹੀ ਜਦੋਂ ਹੁਣ ਤੁਸੀਂ ਪੁੱਛਦੇ ਆ ਵੀ ਆਪਾਂ ਮਾਡਲ ਕਿਹੜਾ ਹੋਣਾ ਚਾਹੀਦਾ, ਜੇ ਆਪਾਂ ਚਾਹੁੰਦੇ ਵੀ ਆਪਣੀ ਕੋਈ ਮੰਗ ਆ ਵੀ ਇੱਦਾਂ ਹੋਣਾ ਚਾਹੀਦਾ, ਆਪਾਂ ਨੂੰ ਐਡ ਆਹ ਚੀਜ਼ ਕਰਨੀ ਚਾਹੀਦੀ, ਸੋ ਆਪਾਂ ਉਹਦੇ ਲਈ ਪੁੱਛੀਏ, ਨਾ ਕਿ ਵੀ ਆਹ ਪੂਰਾ ਜਿਹੜਾ ਵੀ ਪੂਰਾ ਇਨਫਰਾਸਟ੍ਰਕਚਰ ਜਿਹੜਾ ਸਿਸਟਮ ਆਪਾਂ ਬਣਾਇਆ ਆ ਵੀ ਇਹਨੂੰ ਪਾਸੇ ਕਰੀਏ ਤਾਂ ਆਪਾਂ ਨਵਾਂ ਸ਼ੁਰੂ ਕਰੀਏ। ਉਹ ਬਹੁਤ ਔਖਾ ਹੁੰਦਾ। ਆਪਾਂ ਮੁੜ ਕੇ ਜ਼ੀਰੋ ਤੋਂ ਸ਼ੁਰੂ ਕਰਨਾ ਕੋਈ ਚੀਜ਼। ਸੰਸਥਾਵਾਂ ਜਿਹੜੀਆਂ ਆ ਬਣੀਆਂ, ਜੋ ਵੀ ਪ੍ਰੋਗਰਾਮਸ ਹੈਗੇ ਆ ਵੀ ਉਹਨਾਂ ਦਾ ਕੀ ਹੋਊਗਾ, ਹਾਲੇ ਤੱਕ ਇਹ ਵੀ ਕਲੀਅਰ ਪਿਕਚਰ ਨਹੀਂ ਆਈ। ਉਹਨਾਂ ਨੂੰ ਜਦੋਂ ਆਪਾਂ ਪੁੱਛਦੇ ਹਾਂ ਵੀ ਤੁਹਾਡੇ ਸਰਵਿਸਿਜ਼ ਕਿੱਦਾਂ ਤੁਸੀਂ ਜਾਰੀ ਰੱਖੋਗੇ, ਉਹ ਕਹਿੰਦੇ ਵੀ ਸਾਨੂੰ ਕੋਈ ਕਲੀਅਰ ਪਿਕਚਰ ਆਈ ਨਹੀਂ। ਸਾਨੂੰ ਹੁਣ ਫੰਡਿੰਗ ਤਾਂ ਸਾਨੂੰ ਫੈਡਰਲੀ ਆਉਂਦੀ ਹੈ RCMP ਦੇ ਪਾਰਟਨਰਸ਼ਿਪ ਦੇ ਨਾਲ। ਗਾਹਾਂ ਸਾਨੂੰ ਹੁਣ ਜਿਹੜੀਆਂ ਸਹੂਲਤਾਂ ਅਸੀਂ ਦੇਣੀਆਂ ਆ ਫੈਮਲੀਜ਼ ਨੂੰ ਵੀ ਜਾਂ ਸਰੀ ਦੀ ਪੁਲਿਸ ਡਿਪਾਰਟਮੈਂਟ ਦੇ ਨਾਲ ਉਹਨਾਂ ਰਾਹੀਂ ਕਿੱਦਾਂ ਇਹ ਫੰਡਿੰਗ ਮਿਲੂਗੀ, ਸਾਨੂੰ ਕੋਈ ਕਲੀਅਰ ਪਿਕਚਰ ਹਾਲੇ ਆਈ ਨਹੀਂ। ਸੋ ਇਹ ਗੱਲਾਂ ਬਾਤਾਂ ਆ ਜਿੱਥੇ ਆਪਾਂ ਨੂੰ ਲੋੜ ਵੈਸੇ ਆਪਾਂ ਨੂੰ ਸਹੂਲਤਾਂ ਦੀ ਆ, ਤਾਂ ਪੁਲਿਸ ਦੀ ਪਾਰਟਨਰਸ਼ਿਪ ਦੇ ਨਾਲ ਕੰਮ ਕਰਨਾ ਇਹ ਸਾਰਾ। ਤੁਹਾਡਾ ਕਹਿਣ ਦਾ ਮਤਲਬ ਹੈ ਵੀ ਇਹ ਕ੍ਰਾਈਮ ਨੂੰ ਰੋਕਣ ਦੇ ਵਿੱਚ ਹੋਰ ਬਹੁਤ ਸਾਰੇ ਫੈਕਟਰ ਆ, ਪੁਲਿਸ ਇੱਕ ਫੈਕਟਰ ਆ, ਉਹਨੂੰ ਮੰਨ ਕੇ ਚੱਲਣ ਦੀ ਲੋੜ ਆ। ਹਾਂਜੀ, ਪੁਲਿਸ ਇੱਕ ਪਾਰਟਨਰ ਆ ਇੱਕ ਕਿਸਮ ਦਾ, ਰਾਈਟ। ਸੋ ਆਪਾਂ ਨੂੰ ਜਦੋਂ ਹੁਣ ਪੁਲਿਸ ਆਪਾਂ ਨੂੰ ਜਦੋਂ ਕੋਈ ਨੈਗੇਟਿਵ ਹਾਦਸਾ ਕੋਈ ਕੁਛ ਹੁੰਦਾ, ਸਭ ਤੋਂ ਪਹਿਲਾਂ ਕਹਿੰਦੇ ਵੀ ਸਾਨੂੰ ਮਦਦ ਹੈ ਕਮਿਊਨਿਟੀ ਦੀ, ਅੱਗੇ ਆਓ ਸਾਨੂੰ ਦੱਸੋ ਕਰਕੇ ਇਹ ਉਹ ਤਾਂ ਗੱਲ ਹੱਲ ਹੋ ਚੁੱਕੀ। ਉਹਨਾਂ ਨੂੰ ਫਿਰ ਇਨਵੈਸਟੀਗੇਸ਼ਨ ਸ਼ੁਰੂ ਕਰਨਾ ਪੈਣਾ, ਫਿਰ ਸਾਰਿਆਂ ਦੀ ਇਹ ਆਪਾਂ ਨੂੰ ਇਕੱਠਿਆਂ ਨੂੰ ਵਰਕ ਕਰਨਾ ਪੈਣਾ। ਇਹਦੇ ਵਿੱਚ ਕੋਈ ਇਹ ਨਵਾਂ ਫਾਰਮੂਲਾ ਨਹੀਂ। ਇਹ ਜਿਹੜੇ ਵੀ ਸਕਸੈਸਫੁਲ ਹੈਲਥੀ ਕਮਿਊਨਿਟੀਜ਼ ਜਿੱਥੇ ਹੈਗੀਆਂ ਆ ਉੱਥੇ ਪ੍ਰੋਗਰਾਮਸ ਵਸਦੇ ਆ, ਉੱਥੇ ਸਹੂਲਤਾਂ ਵਸਦੀਆਂ ਆ। ਜੇ ਹੁਣ ਕੋਈ ਵੀ ਤੁਸੀਂ ਨਾਰਥ ਅਮਰੀਕਾ ਲੈ ਲਓ, ਤਾਂ ਕੋਈ ਵੀ ਸਿਟੀ ਨੂੰ ਜਾਣੇ ਵੀ ਜਿੱਥੇ ਲੈਟਸ ਸੇ ਕ੍ਰਾਈਮ ਜ਼ਿਆਦਾ ਹੈ ਜਾਂ ਦਿਸ ਐਂਡ ਦੈਟ, ਉਹ ਸਭ ਤੋਂ ਪਹਿਲਾਂ ਕਮਿਊਨਿਟੀ ਉਹਨਾਂ ਦੀ ਕਹਿੰਦੀ ਵੀ ਸਾਡੇ ਤਾਂ ਸਹੂਲਤਾਂ ਹੀ ਹੈ ਨਹੀਂ। ਸੋ ਆਪਾਂ ਨੂੰ ਇਹ ਰਲ ਮਿਲ ਕੇ ਦੇਖਣਾ ਪੈਂਦਾ ਹੈ ਵੀ ਪ੍ਰੋਗਰਾਮਸ ਜਿਹੜੇ ਆਪਾਂ ਨੂੰ ਸਹੂਲਤਾਂ ਆ, ਜਿਹੜੀਆਂ ਸੰਸਥਾਵਾਂ ਇੰਨੀਆਂ ਹਾਰਡ ਇੰਨੇ ਲੰਮੇ ਦੇਰ ਲਈ ਸਾਨੂੰ ਸਹੂਲਤਾਂ ਦੇ ਰਹੀਆਂ ਆ ਵੀ ਉਹ ਵੀ ਹੈਲਥੀ ਰਹਿਣ। ਸੋ ਇਹ ਸਾਰੀ ਪਾਰਟਨਰਸ਼ਿਪ ਦੇ ਨਾਲ ਚੱਲਣਾ ਪੈਣਾ ਆਪਾਂ। ਤੇ ਜੇ ਅਸੀਂ ਮੰਨੀਏ ਵੀ ਲਾਸਟ ਸਿਵਿਕ ਇਲੈਕਸ਼ਨ ਦੇ ਵਿੱਚ ਇਹ ਇੱਕ ਵੱਡਾ ਮੁੱਦਾ ਸੀ ਕ੍ਰਾਈਮ ਤੋਂ ਬਾਅਦ ਪੁਲਿਸ, ਸਿਟੀ ਪੁਲਿਸ ਹੋਣੀ ਚਾਹੀਦੀ ਹੈ। ਕਿਹਾ ਜਾ ਰਿਹਾ ਕਿ ਲੋਕਾਂ ਨੇ ਡਗ ਮਕੱਲੋਂ ਹੋਣਾ ਦੇ ਹੱਕ ਦੇ ਵਿੱਚ ਵੋਟਾਂ ਇਸ ਕਰਕੇ ਪਾਈਆਂ ਵੀ ਉਹ ਸਿਟੀ ਪੁਲਿਸ ਦੀ ਸਪੋਰਟ ਕਰਦੇ ਸੀ ਤੇ ਹੁਣ ਉਹਨੂੰ ਆਪਣੇ ਵਾਅਦੇ ਨੂੰ ਪੂਰਾ ਕਰਕੇ ਉਹ ਇੰਪਲੀਮੈਂਟ ਕਰ ਰਹੇ ਸੀ। ਕੀ ਇਸ ਮੈਂਡੇਟ ਨੂੰ ਜਿਹੜੀ ਨੈਸ਼ਨਲ ਪੁਲਿਸ ਫੈਡਰੇਸ਼ਨ RCMP ਜਾਂ ਜਿਹੜੇ RCMP ਦੀ ਸਪੋਰਟ ਕਰਨ ਵਾਲੇ ਆ ਉਹ ਇਹ ਨਹੀਂ ਸਮਝ ਰਹੇ ਕਿ ਲੋਕ ਸਿਟੀ ਪੁਲਿਸ ਚਾਹੁੰਦੇ ਸੀ? ਉਸ ਟਾਈਮ ਲੋਕ ਸ਼ਾਇਦ ਚਾਹੁੰਦੇ ਸੀ, ਆਈ ਮੀਨ ਉਹ ਤਾਂ ਕਲੀਅਰ ਆ। ਹੁਣ ਆਪਣਾ ਇਲੈਕਸ਼ਨ ਹੋ ਚੁੱਕਾ, ਉਸ ਤੋਂ ਬਾਅਦ ਕੀ ਹੋਰ ਚੀਜ਼ਾਂ ਵੀ ਹੋ ਚੁੱਕੀਆਂ। ਸੋ ਆਪਾਂ ਨੂੰ ਇਹ ਤਾਂ ਫਿਰ ਬਾਕੀ ਗਾਹਾਂ ਉਹਨਾਂ ਨੇ ਵੈਰੀ ਸਿੰਪਲ ਗੱਲ ਆ, ਕਮਿਊਨਿਟੀ ਨੇ ਕਿਹਾ ਸਾਨੂੰ ਅੱਛੀ ਪੁਲਿਸ ਚਾਹੀਦੀ ਹੈ, ਚੰਗੀ ਪੁਲਿਸ ਚਾਹੀਦੀ ਹੈ। ਉਹਨਾਂ ਨੇ ਇਹ ਨਹੀਂ ਕਿ ਭਾਈ ਸਾਨੂੰ ਸੜੀ ਪੁਲਿਸ ਹੀ ਚਾਹੀਦੀ ਆ, ਰਾਈਟ। ਦੇ ਜਸਟ ਵਾਂਟ ਗੁੱਡ ਪੁਲਿਸਿੰਗ। ਬਿਲਕੁਲ ਆਮ ਬੰਦਾ ਇਹੀ ਚਾਹੁੰਦਾ, ਰਾਈਟ, ਦੈਟਸ ਇਟ। ਸਾਡੀ ਸੇਫਟੀ ਹੋਣੀ ਚਾਹੀਦੀ ਆ। ਸੋ ਹੁਣ ਜਦੋਂ ਉਹ ਦੇਖਦੇ ਆ ਸਾਰੇ ਵੀ ਇਹਦੀ ਤਾਂ ਕੋਈ ਰਿਪੋਰਟ ਹੀ ਨਹੀਂ ਗਾਹਾਂ ਆਈ, ਸਾਨੂੰ ਕੁਝ ਪਤਾ ਨਹੀਂ ਇਹਦੇ ਬਾਰੇ ਵੀ ਇਹ ਪੁਲਿਸ ਨੇ ਸਾਡੀ ਸੇਫਟੀ ਨੂੰ ਅੱਗੇ ਲਿਆਉਣ ਲਈ ਕਰਨਾ ਕੀ ਆ, ਕਿਹੜਾ ਮਾਡਲ ਕੀ ਆ, ਇਹਨਾਂ ਨੇ ਡਿਲੀਵਰ ਕਿੱਦਾਂ ਕਰਨਾ ਆ। ਸੋ ਜਦੋਂ ਇਹ ਸਵਾਲ ਪੈਦਾ ਹੁੰਦੇ ਆ, ਜਵਾਬ ਹੈ ਨਹੀਂ ਕੋਈ। ਸੋ
ਉਹਨਾਂ ਨੇ ਨੈਚੁਰਲੀ ਆ ਉਹਨਾਂ ਨੇ ਕਹਿਣਾ ਵੀ ਦੇਖੋ ਹਾਲੇ ਤੱਕ ਸਾਨੂੰ ਕੁਝ ਪਤਾ ਨਹੀਂ, ਸੋ ਮਾਈਂਡ ਚੇਂਜ ਕਰ ਲਿਆ ਕਮਿਊਨਿਟੀ ਨੇ। ਕਮਿਊਨਿਟੀ ਇਜ਼ ਥਿੰਕਿੰਗ ਵੀ ਆਪਾਂ ਨੂੰ ਹਾਲੇ ਇਹ ਸੋਚ ਸਮਝ ਕੇ ਅੱਗੇ ਜਾਣਾ ਚਾਹੀਦਾ, ਕਰਕੇ ਇਨ ਦੀ ਐਂਡ ਜੇ ਆਪਾਂ ਨੂੰ ਚੰਗੀ ਪੁਲਿਸਿੰਗ ਚਾਹੀਦੀ ਆ, ਐਵੀਡੈਂਸ ਇਸ ਵੇਲੇ ਸ਼ੋ ਕਰਦਾ ਵੀ ਆਪਣੀ ਸਰੀ RCMP ਕ੍ਰਾਈਮ ਰੇਟ ਥੱਲੇ ਨੂੰ ਜਾ ਰਿਹਾ ਹੈ, ਆਲ ਥੀਸ ਥਿੰਗਸ ਵੀ ਜੇ ਕੋਈ ਆਪਾਂ ਨੂੰ ਖਾਸ ਲੋੜ ਹੈਗੀ ਆ, ਜਿੱਦਾਂ ਮੈਂ ਪਹਿਲਾਂ ਕਹਿ ਕੇ ਹਟਿਆ ਵੀ ਆਪਾਂ ਨੂੰ ਜੇ ਕੋਈ ਹੋਰ ਖਾਸ ਮੰਗ ਹੈ ਵੀ ਇਹਦਾ ਮਾਡਲ ਨੂੰ ਆਪਾਂ ਇਹਦੀ ਇੰਪਰੂਵਮੈਂਟ ਇੱਦਾਂ ਲਿਆਉਣੀ ਚਾਹੀਦੀ ਆ। ਜੇ ਆਪਾਂ ਨੂੰ ਕੋਈ ਇੱਥੇ ਰੀਜਨਲ ਬੋਰਡ ਸ਼ੁਰੂ ਕਰਨਾ ਚਾਹੀਦਾ ਵੀ ਜਿਹੜਾ ਕਮਿਊਨਿਟੀ ਉਹਨਾਂ ਨੂੰ ਪੁੱਛੇ ਵੀ ਸਾਨੂੰ ਆਹ ਇੰਪਰੂਵਮੈਂਟ ਚਾਹੀਦੀਆਂ ਆ, ਉਹ ਰੈਪਰੈਜ਼ੈਂਟ ਕਰ ਸਕਦਾ RCMP ਨੂੰ, ਤਾਂ ਗਾਹਾਂ ਇੰਪਰੂਵਮੈਂਟਸ ਵਿੱਚ ਲਿਆ ਸਕਦੇ ਆ। ਆਪਾਂ ਨੂੰ ਉਹਦੇ ਲਈ ਪੁਸ਼ ਕਰਨਾ ਚਾਹੀਦਾ, ਰਾਈਟ? ਸੋ ਵੀ ਕੈਨ ਪੁਸ਼ ਫॉर ਇੰਪਰੂਵਮੈਂਟਸ, ਨਾ ਕਿ ਵੀ ਪੂਰੀ ਪੁਲਿਸ ਹੀ ਬਦਲ ਦਿਓ। ਇੱਕ ਹੋਰ ਗੱਲ ਇਹਦੇ 'ਚ ਬੜੀ ਅਜੀਬ ਜਿਹੀ ਦੇਖਣ ਨੂੰ ਮਿਲੀ ਪਿੱਛੇ ਜੇ ਅਸੀਂ ਉਹ ਇੱਕ ਜਿਹੜੀ 2 ਰੈਲੀਆਂ ਪੈਰਲਰ ਹੋਈਆਂ ਸੀ ਉਹਨਾਂ ਨੂੰ ਕਵਰ ਕਰਨ ਦੇ ਲਈ ਉੱਥੇ ਗਏ। ਉੱਥੇ ਇੱਕ ਬੜੀ ਕਲੀਅਰ ਆਬਜ਼ਰਵੇਸ਼ਨ ਸੀਗੀ, ਜਿਹੜੇ ਲੋਕ ਸਿਟੀ ਪੁਲਿਸ ਦੀ ਮੰਗ ਕਰ ਰਹੇ ਆ ਉਹਦੇ 'ਚ ਬਹੁਤ ਸਾਰੇ ਪੰਜਾਬੀ ਸੀ, ਸਾਊਥ ਏਸ਼ੀਅਨ ਵੀ ਨਹੀਂ ਪੰਜਾਬੀ ਸੀ। ਜਿਹੜੇ ਲੋਕ RCMP ਦੇ ਹੱਕ ਵਿੱਚ ਆ ਉਹਨਾਂ ਦੇ ਵਿੱਚ ਪੰਜਾਬੀ ਨਾਂ ਦੇ ਬਰਾਬਰ ਸੀ, ਸਾਰੇ ਦੂਜੇ ਲੋਕ। ਇਹ ਕਮਿਊਨਿਟੀ ਦੇ ਵਿੱਚ ਡਿਵੀਜ਼ਨ ਕਿਸ ਤਰ੍ਹਾਂ ਦੀ ਹੈ, ਇਹਨੂੰ ਤੁਸੀਂ ਕਿੱਦਾਂ, ਤੁਹਾਡੀ ਆਬਜ਼ਰਵੇਸ਼ਨ ਕੀ ਹੈ ਵੀ ਇਹ ਕੀ ਹੈ? ਲੁੱਕ ਮੇਰੇ ਐਕਸਪੀਰੀਅੰਸ ਦੇ ਨਾਲ ਇਹ ਖਾਸ ਕਰਕੇ ਕਈ ਵਾਰੀ ਇਨਫੋਰਮੇਸ਼ਨ ਹੁੰਦੀ ਆ ਨਾ। ਹੁਣ ਆਪਾਂ ਇਨਫੋਰਮੇਸ਼ਨ ਕਿੱਥੋਂ ਲੈਂਦੇ ਆ, ਆਪਣੀ ਕਮਿਊਨਿਟੀ ਕਿੱਥੋਂ ਇਨਫੋਰਮੇਸ਼ਨ ਲੈਂਦੀ ਆ, ਰਾਈਟ? ਜੇ ਆਪਾਂ ਕਹਿੰਦੇ ਵੀ ਆਪਣੀ ਲੈਂਗੁਏਜ ਦੇ ਵਿੱਚ ਇਨਫੋਰਮੇਸ਼ਨ ਆਉਣੀ ਚਾਹੀਦੀ ਆ, ਉਹ ਹੁਣ ਮੈਂ ਪੇਸ਼ ਕਰ ਰਿਹਾ ਹਾਂ, ਰਾਈਟ? ਬਟ ਸ਼ਾਇਦ ਇਨਫੋਰਮੇਸ਼ਨ ਨਹੀਂ ਉਹਨਾਂ ਨੂੰ ਸਹੀ ਆ ਰਹੀ ਸੀ, ਜਾਂ ਜੋ ਹੁਣ ਯੂ ਕੈਨ ਸ਼ਾਇਦ ਇੱਦਾਂ ਵੀ ਕਹਿ ਸਕਦੇ ਵੀ ਜੇ ਸਿਟੀ ਨੇ ਜ਼ਿਆਦਾ ਫੋਕਸ ਕੀਤਾ ਵੀ ਇਨਫੋਰਮੇਸ਼ਨ ਪਹੁੰਚਾਉਣੀ ਆ, ਅਸੀਂ ਇਸ ਕਮਿਊਨਿਟੀ ਨੂੰ ਜ਼ਿਆਦਾ ਪਹੁੰਚਾਉਣੀ ਆ ਜਾਂ ਇਸ ਕਮਿਊਨਿਟੀ ਨੂੰ ਜ਼ਿਆਦਾ ਪਹੁੰਚਾਉਣੀ ਆ, ਉਹ ਮੈਸੇਜ ਦਿੰਦੇ ਕਿੱਦਾਂ ਆ? ਸੋ ਉਹ ਦੇਖਣਾ ਪੈਣਾ ਵੀ ਇਹ ਕਿੱਥੋਂ ਇਨਫੋਰਮੇਸ਼ਨ ਆ ਰਹੀ ਆ। ਸੋ ਮੇਰੇ ਹਿਸਾਬ ਨਾਲ ਆਪਾਂ ਨੂੰ ਸਾਰੀ ਕਮਿਊਨਿਟੀਜ਼ ਦੇਖਣੀਆਂ ਪੈਂਦੀਆਂ ਆ, ਤਾਂ ਆਵਾਜ਼ ਦੀ ਗੱਲ ਹੁੰਦੀ ਆ। ਸੋ ਜਿੱਥੇ ਤੱਕ ਆਪਣੀ ਆਵਾਜ਼ ਕੋਈ ਵੀ ਆਰਗੇਨਾਈਜੇਸ਼ਨ ਆ ਉਹਨਾਂ ਨੂੰ ਧਿਆਨ ਦੇਣਾ ਚਾਹੀਦਾ ਆ ਵੀ ਜੇ ਹੁਣ ਤੁਸੀਂ ਦੇਖਦੇ ਆ ਵੀ ਆਪਣੀ ਕਮਿਊਨਿਟੀ ਦੇ ਵਿੱਚ ਇਹ ਇਨਫੋਰਮੇਸ਼ਨ ਨਹੀਂ ਆਈ, ਸੋ RCMP ਦੀ ਡਿਊਟੀ ਵੀ ਬਣਦੀ ਆ ਵੀ ਆਪਾਂ ਆਪਣੀ ਕਮਿਊਨਿਟੀ ਨੂੰ ਉਹਨਾਂ ਦੀ ਆਵਾਜ਼ ਦੇ ਵਿੱਚ ਇਨਫੋਰਮੇਸ਼ਨ ਦੇਣੀ ਚਾਹੀਦੀ ਆ। ਐਂਡ ਹੁਣ ਆਪਾਂ ਜਿਹੜੇ ਸਵਾਲ ਜਿਹੜੇ ਉੱਠੇ ਆ ਉਹੀ ਹੁਣ ਅਸੀਂ ਆ ਕੇ ਆਪਣੀ ਕਮਿਊਨਿਟੀ ਨੂੰ ਪੁੱਛਦੇ ਹਾਂ। ਸੋ ਇਹ ਵੀ ਡਿਮਾਂਡ ਆ ਕਮਿਊਨਿਟੀ ਦਾ। ਉਹਨਾਂ ਨੇ ਪੁੱਛਿਆ ਆ ਵੀ ਸਾਨੂੰ ਹੋਰ ਦੱਸੋ। ਮੈਂ ਜਿੱਥੇ ਤੱਕ ਮੈਂ ਗੱਲਬਾਤ ਕੀਤੀ ਆ, ਮੈਂ ਸੰਪਰਕ ਕੀਤਾ ਆ ਸਾਰੀ ਕਮਿਊਨਿਟੀ ਦੇ ਵਿੱਚ ਮੀਡੀਆ ਦੇ ਨਾਲ, ਤਾਂ ਸਾਰੇ ਮੈਨੂੰ ਕਹਿੰਦੇ ਵੀ ਹਾਲੇ ਤੱਕ ਸਾਨੂੰ ਬਾਹਲੀ ਇਨਫੋਰਮੇਸ਼ਨ ਨਹੀਂ ਹੈਗੀ ਮੋਰੇ ਆਈ। ਸੋ ਤਾਂ ਹੀ ਤਾਂ ਹੁਣ ਅਸੀਂ ਆਪਾਂ ਗੱਲਬਾਤ ਕਰ ਰਹੇ। ਇਹੀ ਇੱਕ ਕਾਰਨ ਸੀਗਾ ਪਰਮ ਜੀ ਕਿ ਤੁਹਾਨੂੰ ਅਸੀਂ ਬੇਨਤੀ ਕੀਤੀ ਕਿ ਸਾਡੇ ਨਾਲ ਇਹ ਗੱਲਾਂ ਸਪਸ਼ਟ ਕਰੋ। ਅਸੀਂ ਚਾਹੁੰਦੇ ਸੀ ਕਿ ਜਿਹੜੀ ਇਸ ਪਾਸੇ ਦੀ ਇਨਫੋਰਮੇਸ਼ਨ ਆ ਉਹ ਵੀ ਕਮਿਊਨਿਟੀ ਤੱਕ ਪਹੁੰਚੇ। ਦੂਜੀ ਗੱਲ, ਇੱਕ ਤਾਂ ਬੜਾ ਸਿੱਧਾ ਜਿਹਾ ਦੇਖਣ ਨੂੰ ਇਹ ਮਸਲਾ ਲੱਗਦਾ ਹੈ ਵੀ ਕ੍ਰਾਈਮ ਦਾ ਮਸਲਾ ਆ, ਕਿਹੜੀ ਪੁਲਿਸ ਨੇ ਠੀਕ ਕਰਨਾ, ਸਰੀ RCMP ਨੇ ਠੀਕ ਕਰਨਾ, ਜਿਹੜੀ RCMP ਠੀਕ ਕਰਦੀ ਹੈ ਜਾਂ ਲੋਕਲ ਪੁਲਿਸ ਸਿਟੀ ਦੀ ਪੁਲਿਸ ਠੀਕ ਕਰਦੀ ਹੈ। ਇੱਕ ਕਿਹਾ ਜਾਂਦਾ ਕਿ ਇਹਦੇ ਪਿੱਛੇ ਬਹੁਤ ਕੁਛ ਹਿਡਨ ਪੋਲੀਟੀਕਲ ਪਿਆ ਦੋਵਾਂ ਧਿਰਾਂ ਦੇ, ਇੱਦਾਂ ਦਾ ਵੀ ਕੁਛ ਹੈਗੀ ਤੁਹਾਡੀ ਆਬਜ਼ਰਵੇਸ਼ਨ? ਇਹ ਤਾਂ ਹੁਣ ਜਿਹੜੇ ਪੋਲੀਟੀਸ਼ੀਅਨਸ ਆ ਉਹਨਾਂ ਨੂੰ ਪੁੱਛਣਾ ਪਊਗਾ, ਰਾਈਟ? ਪਰ ਤੁਹਾਨੂੰ ਪਤਾ ਆ ਆਪਾਂ ਇਹਦੇ ਵਿੱਚ ਕੋਈ ਸ਼ੱਕ ਨਹੀਂ, ਪੋਲੀਟੀਕਲ ਗੱਲਾਂ ਕਈ ਹੁੰਦੀਆਂ ਆ। ਹੁਣ ਜੇ ਇੱਕ ਪਾਸੇ ਫੋਰ ਐਗਜ਼ਾਮਪਲ ਹੁਣ ਆਪਣੇ ਮੇਅਰ ਸਾਹਿਬ ਨੇ ਪ੍ਰੋਮਿਸ ਕੀਤੀ ਸੀ ਵੀ ਮੈਂ ਆਹ ਡਿਲੀਵਰ ਕਰਨੀ, ਉਹਨਾਂ ਦੇ ਆਪਣੇ ਵਿਚਾਰੇ ਬਹੁਤ, ਉਹਨਾਂ ਦੇ ਵਿਚਾਰੇ ਆ ਵੀ ਆਪਾਂ ਡਿਲੀਵਰੀ ਕਰਨੀ ਆ, ਰਾਈਟ? ਕਈ ਵਾਰੀ ਚੇਂਜਸ ਆਉਂਦੀਆਂ ਆ। ਹੁਣ ਆਪਾਂ ਦੇਖਦੇ ਹਾਂ ਵੀ ਵੈਦਰ ਹੁਣ ਜਿੱਦਾਂ ਵਾਇਰਸ ਆ ਗਿਆ ਜਾਂ ਬਾਕੀ ਟੈਕਸਿਸ ਦੀ ਇਸ਼ੂ ਆ, ਕਮਿਊਨਿਟੀ ਨੂੰ ਸਹੂਲਤਾਂ ਕਿਹੜੀਆਂ ਚਾਹੀਦੀਆਂ ਆ। ਹੁਣ ਆਪਾਂ ਜੇ ਖਾਸ ਕਰਕੇ ਸਰੀ ਦੇ ਵਿੱਚ ਇਸੇ ਇਸ਼ੂ 'ਤੇ ਹੋਰ ਵੀ ਗਾਹਾਂ ਇਸ਼ੂਜ਼ ਉੱਠੇ ਆ ਵੀ ਕਮਿਊਨਿਟੀ ਸੈਂਟਰ ਬੰਦ ਹੋ ਗਏ। ਕਮਿਊਨਿਟੀ ਸੈਂਟਰ ਦੇ ਜਿਹੜੇ ਗਾਹਾਂ ਪਲਾਨ ਸੀ ਬਣਾਉਣ ਦੇ YMCA ਵੀ ਉਹ ਨਹੀਂ ਹੁਣ ਬਣਨਾ, ਕਰਕੇ ਪੈਸੇ ਹੈ ਨਹੀਂ ਪੁਲਿਸ ਇਨਫ, ਪੁਲਿਸ ਦੇ ਪੈਸੇ ਪਹਿਲਾਂ
ਸਾਈਡ ਤੇ ਰੱਖੀਏ, ਕਮਿਊਨਿਟੀ ਦੀਆਂ ਸਹੂਲਤਾਂ ਨੂੰ ਸਾਈਡ ਤੇ। ਹੁਣ ਜੇ ਉਹ ਕੰਪੀਟਿੰਗ ਪ੍ਰਾਇਓਰਟੀ ਹੋ ਜਾਂਦੀ ਆ ਵੀ ਕਿੱਥੇ ਪ੍ਰਾਇਓਰਟੀਜ਼ ਆਪਣੀ ਕਿੱਥੇ ਆ। ਹੁਣ ਜਿੱਦਾਂ ਮੈਂ ਤਾਂ ਗੱਲਬਾਤ ਕਰਕੇ ਆ ਰਿਹਾ ਵੀ ਆਪਾਂ ਨੂੰ ਸਹੂਲਤਾਂ ਤਾਂ ਪੁਲਿਸਿੰਗ ਦੀ ਇਕੱਠੀ ਇਹਦੀ ਲੋੜ ਹੈਗੀ ਆ ਦੋਨਾਂ ਨੂੰ ਇਕੱਠਿਆਂ ਨੂੰ ਚੱਲਣ ਦੀ। ਸੋ ਬਾਕੀ ਪੋਲੀਟੀਕਲ ਲੈਵਲ 'ਤੇ ਉਹਨਾਂ ਨੂੰ ਪੁੱਛਣਾ ਪਊਗਾ ਵੀ ਕੀ ਕਾਹਤੇ ਉਹਨਾਂ ਦੇ ਪ੍ਰਾਇਓਰਟੀਜ਼ ਕਿੱਥੇ ਆ ਸਿਟੀ ਦੀ ਲਈ। ਤਾਂ ਕਈ ਵਾਰੀ ਆਈਡੀਆਜ਼ ਲੀਡਰਸ ਦੇ ਹੋਰ ਹੁੰਦੇ ਆ, ਤਾਂ ਉਹ ਤਾਂ ਗਾਹਾਂ ਆਪਾਂ ਨੂੰ ਦੇਖਣਾ ਪਊਗਾ। ਇੱਕ ਗੱਲ ਹੋਰ ਕਹੀ ਜਾਂਦੀ ਕਿ ਜਿਹੜਾ ਇਹ ਧਿਰ ਸੀਗੀ ਵੀ ਜੇ ਸਿਟੀ ਪੁਲਿਸ ਲੈ ਕੇ ਆਉਣੇ ਤਾਂ ਇਹਦਾ ਖਰਚਾ ਬਹੁਤ ਵੱਧ ਜਾਣਾ, ਟੈਕਸ ਇਹਦਾ ਬਹੁਤ ਪੈਣਾ ਆ ਜਾਂ ਹੋਰ ਕੱਟ ਹੋ ਜਾਣੇ ਜਿਵੇਂ ਤੁਸੀਂ ਕਹਿ ਰਹੇ। ਪਰ ਲੋਕਾਂ ਦਾ ਇੱਕ ਲੌਜਿਕ ਇਹ ਵੀ ਆ ਵੀ ਸਾਨੂੰ ਸਾਡੇ ਨਿਆਣੇ ਬਚਾਉਣੇ ਪਹਿਲਾਂ ਜ਼ਰੂਰੀ ਆ, ਟੈਕਸ ਭਾਵੇਂ ਥੋੜ੍ਹਾ ਬਹੁਤਾ ਵੱਧ ਵੀ ਚਲੇ ਜਾਵੇ। ਕੀ ਇਹ ਪੱਕੀ ਗੱਲ ਆ ਵੀ ਜਿਹੜੀ ਸਿਟੀ ਪੁਲਿਸ ਆ ਉਹਦੇ ਵਿੱਚ ਕੋਈ ਇਹਦੇ ਬਾਰੇ ਜਾਣਕਾਰੀ ਹੈ ਵੀ ਉਹਦੇ ਵਿੱਚ ਕਿੰਨੇ ਜਿਹੜੇ ਇਹ ਪੁਲਿਸ ਆਫਿਸਰ ਜਾਂ ਕਿੰਨੇ ਹੋਣੇ ਆ, ਪਹਿਲਾਂ ਨਾਲੋਂ ਵੱਧ ਹੋਣੇ ਆ, ਘੱਟ ਹੋਣੇ ਆ, ਜਾਂ ਖਰਚਾ ਕਿੰਨਾ ਕੁ ਜ਼ਿਆਦਾ ਹੋਣਾ? ਹਾਂਜੀ, ਸੋ ਇਹ ਬਹੁਤ ਅੱਛਾ ਸਵਾਲ ਹੈ ਵੀ ਬੱਚੇ ਬਚਾਉਣੇ ਆ ਜਾਂ ਖਰਚਾ ਦੇਖਣਾ ਆ। ਇਹ ਸਾਰਾ ਆਪਾਂ ਨੂੰ ਦੇਖਣਾ ਪੈਂਦਾ ਆ ਵੀ ਆਪਾਂ ਬੱਚੇ ਬਚਾਉਣੇ ਕਿੱਦਾਂ ਆ, ਰਾਈਟ। ਜਿੱਦਾਂ ਮੈਂ ਕਹਿ ਕੇ ਹਟਿਆ ਵੀ ਆਪਾਂ ਨੂੰ ਸਹੂਲਤਾਂ ਦੀ ਲੋੜ ਆ, ਰਾਈਟ। ਸੋ ਜੇ ਉਹ ਆਪਾਂ ਫਿਰ ਖਰਚਾ ਦੇਖਣਾ ਪੈਣਾ ਆ ਵੀ ਸਹੂਲਤਾਂ ਦੇਣੀਆਂ ਕਿੱਦਾਂ ਆ। ਪੁਲਿਸਿੰਗ ਦੀ ਟੌਪ ਲੈਵਲ ਪੁਲਿਸਿੰਗ ਕਿੱਦਾਂ ਹੋਊਗੀ। ਹੁਣ ਆਪਾਂ ਇਹਨੂੰ ਬ੍ਰੇਕ ਡਾਊਨ ਜੇ ਆਪਾਂ ਥੋੜ੍ਹਾ ਜਿਹਾ ਬਹੁਤਾ ਕਰਦੇ ਹਾਂ, ਆਪਾਂ ਵਾਲੀ ਉਪਲ ਸਾਹਿਬ ਦੀ ਜਿਹੜੀ ਰਿਪੋਰਟ ਵੀ ਸੀ, ਜੀ ਉਹਨਾਂ ਦਾ ਜ਼ਿੰਮੇਵਾਰੀ ਉਹਨਾਂ ਦੀ ਇਹ ਸੀ ਵੀ ਇਹ ਪੁਲਿਸ ਚੇਂਜ ਕਿੱਦਾਂ ਆਉਣੀ ਆ ਦੱਸਣਾ। ਉਹਨਾਂ ਦੇ ਵਿੱਚ ਪੂਰਾ ਖਰਚਾ ਹੈ ਨਹੀਂ ਸੀ, ਉਹਨਾਂ ਦੀ ਮੈਂਡੇਟ ਨਹੀਂ ਸੀ ਵੀ ਇਹਦੇ ਵਿੱਚ ਫੀਜ਼ੇਬਿਲਿਟੀ ਪੂਰੀ ਰਿਪੋਰਟ ਕਰਨੀ। ਸੋ ਜੇ ਆਪਾਂ ਪੁਲਿਸਿੰਗ ਨੂੰ ਦੇਖੀਏ ਵੀ ਪੁਲਿਸਿੰਗ ਕਿੱਦਾਂ ਹੁੰਦੀ ਆ। ਹੁਣ ਕੋਈ ਵੀ ਇਸ਼ੂ ਕ੍ਰਾਈਮ ਹੁੰਦਾ ਉਹਦੀ ਇਨਵੈਸਟੀਗੇਸ਼ਨ ਹੁੰਦੀ ਆ। ਇਨਵੈਸਟੀਗੇਸ਼ਨ ਕਿੱਦਾਂ ਹੁੰਦੀ ਆ, ਹੁਣ ਆਪਾਂ ਦੇਖੀਏ ਇੱਥੇ ਸਰੀ ਦੇ ਵਿੱਚ ਖਾਸ ਕਰਕੇ ਜਿਹੜੀ ਆਪਾਂ ਉਹ ਫੈਸਿਲਿਟੀ ਦੇਖਦੇ ਹਾਂ ਗ੍ਰੀਨ ਟਿੰਬਰ ਦੇ ਵਿੱਚ, ਫੋਰੈਂਸਿਕਸ ਲੈਬ ਆ, ਸੌਫਟਵੇਅਰ ਸਿਸਟਮਸ ਜਿਹੜੀਆਂ ਆ, ਇਨਫੋਰਮੇਸ਼ਨ ਸ਼ੇਅਰ ਕਿੱਦਾਂ ਹੁੰਦੀ ਆ ਆਪਸ ਵਿੱਚ ਪੁਲਿਸ ਵਿੱਚ ਆਫਿਸਰਸ ਦੇ ਨਾਲ ਕਿੱਦਾਂ, ਉਹ ਸਾਰਾ ਉਹਦਾ ਖਰਚਾ ਆ, ਹੈ ਨਾ। ਸੋ ਸਰੀ ਪੁਲਿਸ ਡਿਪਾਰਟਮੈਂਟ ਨੇ ਇੰਨਾ ਇੱਥੇ ਤੱਕ ਨਹੀਂ ਕਲੀਅਰ ਬਣਾਇਆ ਵੀ ਇਹਨਾਂ ਨੇ ਇਨਵੈਸਟੀਗੇਸ਼ਨਸ ਕਿੱਦਾਂ ਕਰਨੀਆਂ, ਵੀ ਉਹ ਫੋਰੈਂਸਿਕ ਲੈਬ ਨੂੰ ਯੂਜ਼ ਕਿੱਦਾਂ ਕਰੂਗੇ। ਪਰ ਉਹ ਸਾਰਾ ਕੁਝ ਤਾਂ ਇੱਦਾਂ ਹੀ ਨਹੀਂ ਚਲੀ ਜਾਊਗਾ ਜਿੱਦਾਂ ਫੈਡਰਲ ਲੈਵਲ 'ਤੇ ਚੱਲ ਰਿਹਾ ਹੁਣ। ਨਹੀਂ, ਉਹ ਤਾਂ ਚੱਲੂਗਾ, ਪਰ ਉਹਦਾ ਖਰਚ ਕਿੱਦਾਂ RCMP ਨੂੰ ਉਹ ਇਨਫੋਰਮੇਸ਼ਨ ਆਪਣੀ ਸਰੀ ਪੁਲਿਸ ਡਿਪਾਰਟਮੈਂਟ ਨੂੰ ਆਟੋਮੈਟਿਕਲੀ ਦਿੱਤੀ ਜਾਊਗੀ, ਪਰ ਜਾਂ ਐਜ਼ ਅ ਸਰਵਿਸ। ਸੋ ਇਹਨਾਂ ਨੂੰ ਫਿਰ ਉਹ ਸਰਵਿਸ ਉਹਦਾ ਵੀ ਖਰਚਾ ਹੋਣਾ। ਸੋ ਇਹਨਾਂ ਕੋਲ ਸਰੀ ਪੁਲਿਸ ਡਿਪਾਰਟਮੈਂਟ ਕੋਲ ਇਹਨਾਂ ਦਾ ਇਨਫਰਾਸਟਰਕਚਰ ਕੀ ਹੋਊਗਾ, ਕਿੱਥੇ ਤੱਕ ਇਹਨਾਂ ਦੀ ਕੈਪੇਬਿਲਿਟੀ ਕਿੱਥੇ ਤੱਕ ਹੋਊਗੀ, ਕਿੰਨੀ ਹੋਊਗੀ। ਸੋ ਉਹ ਮੁੜ ਕੇ ਸ਼ੁਰੂ ਕਰਨਾ ਪਊਗਾ ਇਹਨਾਂ ਨੂੰ, ਆਪਣੀ ਲੈਬ ਸ਼ਾਇਦ ਸ਼ੁਰੂ ਕਰਨੀ ਪਊਗੀ ਜਾਂ ਉੱਥੇ ਪੈਸੇ ਦੇ ਕੇ ਇਨਫੋਰਮੇਸ਼ਨ ਲੈਣੀ ਪਊਗੀ। ਉਹ ਟਾਈਮ ਕਿੰਨਾ ਲੱਗੂਗਾ, ਰਾਈਟ। RCMP ਜੇ ਆਪਣੀ ਵੱਖਰੀ ਪੁਲਿਸਿੰਗ ਇਹਨਾਂ ਨੇ ਰੱਖਣੀ ਆ, ਫਿਰ ਉਹ ਫਿਰ ਐਸੈਟਸ ਜੋ ਇਹਨਾਂ ਦੇ ਆਲਰੇਡੀ ਬਣਿਓ ਆ ਉਹ ਤਾਂ ਫਿਰ ਉਹਨਾਂ ਦੇ ਹੋ ਗਏ RCMP ਦੇ, ਨਾ ਕਿ ਵੀ ਸਰੀ ਪੁਲਿਸ ਡਿਪਾਰਟਮੈਂਟ ਦੇ, ਰਾਈਟ। ਸੋ ਇਹ ਸਾਰੀਆਂ ਗੱਲਾਂ ਬਹੁਤ ਧਿਆਨ ਦੇ ਨਾਲ ਦੇਖਣੀਆਂ ਪੈਣੀਆਂ ਕਰਕੇ ਇਹਦਾ ਵੀ ਖਰਚ ਗਾਹਾਂ ਵਧਣਾ। ਫਿਰ ਜੇ ਉਹਦਾ ਖਰਚ ਆਪਾਂ ਦੇਣਾ ਪਊਗਾ ਤਾਂ ਮੀਨਵਾਈਲ ਕ੍ਰਾਈਮ ਆਪਣਾ ਹੁੰਦਾ ਆ ਤਾਂ ਉਹਦੇ ਕੋਈ ਆਪਾਂ ਨੂੰ ਐਂਸਰ ਨਹੀਂ ਮਿਲਦਾ ਵੀ ਜਿੱਦਾਂ ਹੁਣ ਆਪਾਂ ਫੈਮਲੀਜ਼ ਜੇ ਕੁਛ ਰੋਂਗ ਹੁੰਦਾ ਆ ਤਾਂ ਕਿ ਅਸੀਂ ਕਹਿੰਦੇ ਵੀ ਇਹਦਾ ਕੋਈ ਇਨਵੈਸਟੀਗੇਸ਼ਨ ਹੀ ਨਹੀਂ ਹੋਇਆ ਕਰਕੇ ਇਹਨਾਂ ਕੋਲ ਸਰਵਿਸ ਹੀ ਹੈ ਨਹੀਂ ਉਹ ਇਨਵੈਸਟੀਗੇਸ਼ਨ ਕਰਨ ਲਈ। ਫਿਰ ਸੋ ਅਗੇਨ ਇਹ ਹਾਲੇ ਕਲੀਅਰ ਨਹੀਂ ਹੋਇਆ, ਇਹ ਸਾਰੀਆਂ ਗੱਲਾਂ ਬਾਤਾਂ ਹਾਲੇ ਕਿਤੇ ਕੋਈ ਰਿਪੋਰਟ ਦੇ ਵਿੱਚ ਸਾਨੂੰ ਸਾਹਮਣੇ ਨਹੀਂ ਆਈਆਂ, ਰਾਈਟ। ਇਹ ਆਪਾਂ ਨੂੰ ਪੁੱਛਣਾ ਚਾਹੀਦਾ ਹੈ। ਸੋ ਬੱਚੇ ਫਿਰ ਬਚੂਗੇ ਜਾਂ ਬੱਚਿਆਂ ਦੀਆਂ ਸਹੂਲਤਾਂ ਤੋਂ ਪੈਸੇ ਲਓਗੇ। ਹੁਣ ਮੈਨੂੰ ਜੇ ਤੁਸੀਂ ਪੁੱਛੋ ਮੈਨੂੰ ਪਤਾ ਵੀ ਕਿੰਨਾ ਹਾਰਡ ਸੀ ਨਿੱਕੀਆਂ ਚੀਜ਼ਾਂ ਦੀ ਮੰਗ ਲਈ ਲੈਣ ਲਈ। ਜਿੱਦਾਂ ਹੁਣ ਆਪਾਂ ਗੈਂਗ ਐਗਜ਼ਿਟ ਪ੍ਰੋਗਰਾਮ, ਉਹ ਕਮਿਊਨਿਟੀ ਦੇ ਵਿੱਚ ਫੈਮਲੀਜ਼ ਦੀ ਆਵਾਜ਼ ਦੇ ਨਾਲ ਪੈਦਾ ਹੋਏ ਪ੍ਰੋਗਰਾਮ, ਜੀ ਰਾਈਟ। ਉਹ ਬਹੁਤ ਇੰਪੋਰਟੈਂਟ ਪ੍ਰੋਗਰਾਮ ਆ ਜਿਹੜਾ ਫੈਮਲੀ ਦੇ ਵਿੱਚ ਹੁਣ ਬੱਚਾ ਸ਼ਾਇਦ ਰੋਂਗ ਪਾਸੇ ਚੱਲ ਗਿਆ ਤਾਂ ਉਹਨਾਂ ਨੂੰ ਪਤਾ ਨਹੀਂ ਵੀ ਕੀ ਕਰਨਾ,
ਉਹ ਸਿੰਪਲੀ ਉਹ ਫੋਨ ਕਰਕੇ ਉਹ ਪ੍ਰੋਗਰਾਮ ਹੈਗਾ ਆ ਜਿਹੜਾ ਉਹਨਾਂ ਨੂੰ ਮਦਦ ਦਿੰਦਾ ਆ ਕੱਢਣ ਲਈ ਬੱਚੇ ਨੂੰ, ਉਹ ਬਚ ਗਿਆ ਬੱਚਾ, ਰਾਈਟ। ਸੋ ਇਹ ਜੇ ਸਹੂਲਤ ਨਹੀਂ ਐਨੀ ਮੋਰ, ਜੇ ਉਹ ਸਰਵਿਸ ਨਹੀਂ ਹੈਗੀ, then what do we do, right? What are we going to do then? ਫਿਰ ਬੱਚੇ ਆਪੇ ਨਹੀਂ ਬਚੇ, ਰਾਈਟ। ਸੋ ਦਿਸ ਇਜ਼ ਇਹ ਚੀਜ਼ਾਂ ਸਾਰੀਆਂ ਦੇਖਣੀਆਂ ਪੈਂਦੀਆਂ। ਇੱਕ ਜਿਹੜਾ ਆਹ ਪੀਰੀਅਡ ਹੈ ਜਿਹਦੇ ਵਿੱਚ ਅਸੀਂ ਲੰਘ ਰਹੇ, ਟ੍ਰਾਂਜੀਸ਼ਨ ਦਾ ਪੀਰੀਅਡ ਆ, ਵੀ ਸਾਨੂੰ ਨਹੀਂ ਪਤਾ ਇਹ ਸਿਟੀ ਵਾਲੀ ਪੁਲਿਸ ਆਉਣੀ ਆ ਕਿ ਦੂਜੀ RCMP ਰਹਿਣੀ ਆ, ਇਹਦੇ ਵਿੱਚ ਇੱਦਾਂ ਨਹੀਂ ਲੱਗਦਾ ਤੁਹਾਨੂੰ ਕਿ ਮੇਅਰ ਜਾਂ ਸਿਟੀ ਤੇ ਇੱਕ ਪਾਸੇ RCMP, ਉਹਨਾਂ ਦੇ ਵਿੱਚ ਹੁਣ ਉਸ ਕਿਸਮ ਦਾ ਰਿਦਮ ਨਹੀਂ ਰਿਹਾ, ਇੱਕ ਟਕਰਾਅ ਜਾਂ ਕਿਤੇ ਨਾ ਕਿਤੇ ਦਿਸਦਾ, ਇਹਦਾ ਨੁਕਸਾਨ ਲੋਕਾਂ ਨੂੰ ਨਹੀਂ ਹੋ ਰਿਹਾ? ਜ਼ਰੂਰ ਹੋ ਰਿਹਾ ਹੈ। ਹੁਣ ਦੇਖੋ ਤੁਸੀਂ, ਆਪਾਂ ਜਿੱਦਾਂ ਆਹ ਡਿਬੇਟ ਹੁਣ ਸ਼ੁਰੂ ਹੋ ਗਿਆ, ਰਾਈਟ, ਵੀ ਆਪਾਂ ਨੂੰ ਹੁਣ ਦੇਖੋ ਇਹ ਜਿਹੜੇ ਰੈਜ਼ੀਡੈਂਟਸ ਨੇ RCMP ਨੂੰ ਕੀਪ ਦੀ RCMP ਸਾਈਨਸ ਵਗੈਰਾ, ਉਹਦਾ ਸਾਡੇ ਨਾਲ ਕੋਈ ਸੰਬੰਧ ਨਹੀਂ, ਨਾ ਉਹਨਾਂ ਦੀ ਸਾਡੇ ਨਾਲ। ਇੱਥੇ ਤੱਕ ਤਾਂ ਸਾਨੂੰ ਈਮੇਲਸ ਆਉਂਦੀਆਂ ਆ ਵੀ ਤੁਹਾਨੂੰ we should keep the RCMP, these kinds of things, and I know ਮੈਨੂੰ ਪਤਾ ਖਾਸ ਕਰਕੇ ਆਪਣੇ elected officials ਦੇ offices ਨੂੰ emails ਵੀ ਜਾ ਰਹੀਆਂ ਆ, these kinds of things, ਇਹ ਹੋ ਰਿਹਾ ਹੈ, ਪਰ ਸਾਡਾ ਉਹਦੇ ਵਿੱਚ ਕੋਈ ਸੰਬੰਧ ਨਹੀਂ, ਰਾਈਟ। ਸੋ ਗਾਹਾਂ ਲਾਈਕ ਜਿਹੜਾ ਫ੍ਰੈਕਸ਼ਨ ਦੀ ਗੱਲ ਕਹਿੰਦੇ ਆ ਵੀ ਆਫ ਕੋਰਸ ਹੁਣ ਸਿਟੀ ਦੇ ਵਿੱਚ ਡਿਵਾਈਡ ਜਿਹੜਾ ਤੁਸੀਂ ਕਹਿੰਦੇ ਆ ਵੀ ਹੋ ਰਿਹਾ ਆ, ਸਿਟੀ ਦੇ ਵਿੱਚ ਵੀ ਹੈਗਾ। ਹੁਣ ਤੁਸੀਂ ਇਹ ਹੁਣ ਸਾਰਾ ਦੇਖਦੇ ਆ ਆਪਾਂ ਆਪਣੇ ਸਾਹਮਣੇ ਆ, ਬਟ ਇਹਦੇ ਵਿੱਚ ਮੈਂ ਓਪਰਚੁਨਿਟੀ ਵੀ ਦਿਸਦਾ ਆ, ਮੈਨੂੰ ਦਿਸਦੀ ਹੈ ਇਹਦੇ ਵਿੱਚ, ਕਰਕੇ ਕੋਈ ਵੀ ਚੇਂਜ ਆਪਾਂ ਜਦੋਂ ਲਿਆਉਣੀ ਹੁੰਦੀ ਆ ਉਹਦੇ ਨਾਲ ਉਹ ਡਿਬੇਟ ਦੇ ਨਾਲ ਸ਼ੁਰੂ ਹੁੰਦੀ, ਗੱਲਬਾਤ ਦੇ ਨਾਲ ਸ਼ੁਰੂ ਹੁੰਦੀ ਆ, ਹੈ ਨਾ। ਸੋ ਜਿੱਦਾਂ ਮੈਂ ਪਹਿਲਾਂ ਕਹਿ ਕੇ ਆਪਾਂ ਇੰਟੀਗ੍ਰੇਟਡ ਗੈਂਗ ਟਾਸਕ ਫੋਰਸ ਦੀ ਮੰਗ ਸੀ, ਉਹ ਵੀ ਡਿਬੇਟ ਦੇ ਨਾਲ, ਗੱਲਬਾਤ ਦੇ ਨਾਲ ਸ਼ੁਰੂ ਹੋ ਕੇ ਫਿਰ ਹੀ ਡਿਲੀਵਰ ਹੋਈ। ਹੁਣ ਆਪਾਂ ਜਿਹੜੇ ਆਪਾਂ ਸਵਾਲ ਆਪਾਂ ਉਠਾਉਂਦੇ ਆ, ਹੁਣ ਕਮਿਊਨਿਟੀ ਉਠਾਉਂਦੀ ਆ, ਇਹ ਚੰਗੀ ਗੱਲ ਆ, ਇਹਦੇ ਨਾਲ ਆਪਾਂ ਨੂੰ ਕੋਈ ਜਵਾਬ ਮਿਲੂਗਾ, ਉਸ ਜਵਾਬ ਦੇ ਵਿੱਚ ਕੋਈ ਇੰਪਰੂਵਮੈਂਟ ਆਊਗੀ, ਰਾਈਟ। ਸੋ ਮੇਰੇ ਹਿਸਾਬ ਨਾਲ ਹਾਂ ਇਸ ਵੇਲੇ ਥੋੜ੍ਹਾ ਜਿਹਾ ਇਹ ਜ਼ਰੂਰ ਹੈਗਾ ਵੀ ਕਮਿਊਨਿਟੀ ਡਿਵਾਈਡ ਸ਼ਾਇਦ ਹੋਵੇ, ਬਟ ਇਹਦੇ ਵਿੱਚ ਆਪਾਂ ਨੂੰ ਇਹ ਦੇਖਣਾ ਚਾਹੀਦਾ ਵੀ ਇਹਦੇ ਵਿੱਚ ਆਪਾਂ ਨੂੰ ਜਵਾਬ ਆਉਣੇ ਚਾਹੀਦੇ ਆ, ਉਹਦੇ ਵਿੱਚ ਆਪਾਂ ਇੰਪਰੂਵਮੈਂਟ ਲਿਆਉਂਗੇ। ਜਿਹੜੀ ਵੀ ਪੁਲਿਸ ਹੈਗੀ ਆ ਉਹ ਇਹ ਸੋਚ ਸਮਝ ਕੇ ਆਪ ਦੇਖ ਕੇ ਵੀ ਕਮਿਊਨਿਟੀ ਦੀ ਮੰਗ ਆਹ ਸੀ, ਆਪਾਂ ਨੂੰ ਉਹ ਡਿਲੀਵਰ ਕਰਨਾ ਪੈਣਾ। ਜਿਹੜੇ ਲੋਕਾਂ ਦੇ ਸਵਾਲ ਆ, ਅਸੀਂ ਤੁਹਾਡੇ ਨਾਲ ਅੱਜ ਗੱਲਬਾਤ ਕੀਤੀ ਹੈ, ਇਹ ਆਮ ਬੰਦਾ ਇਹ ਚੀਜ਼ ਜਾਣਨੀ ਚਾਹੁੰਦਾ ਵੀ ਤੁਹਾਡੇ ਕੋਲੇ ਪੁਲਿਸ ਦਾ ਮਾਡਲ ਕੀ ਆ, ਸਿਟੀ ਕੋਲੇ ਕਿੰਨੇ ਪੁਲਿਸ ਆਫਿਸਰ ਇੱਥੇ ਹੋਣਗੇ, ਪਹਿਲਾਂ ਨਾਲੋਂ ਘੱਟ ਹੋਣਗੇ, ਜ਼ਿਆਦਾ ਹੋਣਗੇ? ਜੇ ਉਹ ਪੁਲਿਸ ਆਫਿਸਰ ਆਉਣੇ ਆ ਤਾਂ ਕਿੱਥੋਂ ਆਉਣੇ ਆ? ਅਲਟੀਮੇਟਲੀ ਉਹ ਕਿਤਿਓਂ ਤਾਂ ਆਉਣਗੇ, ਜੇ ਇੱਧਰ ਉੱਧਰ ਪੁਲਿਸ 'ਚੋਂ ਆਉਂਦੇ ਆ ਤਾਂ ਉੱਧਰੋਂ ਆਉਣਗੇ, ਜਾਂ ਇਹ ਸਾਰੇ ਸਵਾਲ ਕਿਹਨੂੰ ਪੁੱਛੇ ਜਾ ਸਕਦੇ, ਕਿਹਨੂੰ ਪੁੱਛਣੋ? ਇਹ ਵੀ ਹੁਣ ਇਹ ਹੁਣ ਕਈ ਆਰਗੇਨਾਈਜੇਸ਼ਨਸ ਇਨਵੋਲਵਡ ਹੈਗੀਆਂ, ਹੁਣ ਸਿਟੀ ਵੀ ਇਨਵੋਲਵਡ ਆ, ਸੂਬਾ ਇਨਵੋਲਵਡ ਆ, ਫੈਡਰਲ ਸਰਕਾਰ ਇਨਵੋਲਵਡ ਆ, ਉਹਨਾਂ ਨੂੰ ਸਾਰਿਆਂ ਨੂੰ ਗੱਲਬਾਤ ਇਹ RCMP ਦੀ ਜਿਹੜੀ ਪੁਲਿਸ ਆਪ ਖਾਸ ਕਰਕੇ ਪੁਲਿਸ ਡਿਪਾਰਟਮੈਂਟਸ ਆ, ਉਹਨਾਂ ਨੂੰ ਪਤਾ ਹੋਗਾ ਵੀ ਇਹ ਆਫਿਸਰਸ ਦੀ ਟ੍ਰਾਂਜੀਸ਼ਨ ਕਰਨੀ ਕਿੱਥੋਂ ਆਉਣੇ ਆ। ਹੁਣ ਆਪਾਂ ਨੂੰ ਪਤਾ ਵੀ RCMP ਜਿਹੜੀ ਆ ਇਹਦੀ ਤਾਂ ਇਹਨਾਂ ਕੋਲ ਆਫਿਸਰ ਭਰਤੀ ਕਰਨਾ, ਇਹਨਾਂ ਕੋਲ ਕੈਪੇਬਿਲਿਟੀ ਬਹੁਤ ਆ, ਆਫਿਸਰ ਅਕ੍ਰੋਸ ਕੈਨੇਡਾ ਇਹ ਹੈਗੇ ਆ, ਹੈ ਨਾ। ਸੋ ਜਿਹੜੇ ਹੁਣ ਆਪਣੇ ਇੱਥੇ RCMP ਦੀ ਆਫਿਸਰ ਜਿਹੜੇ ਇਸ ਵੇਲੇ ਸਰੀ ਦੇ ਵਿੱਚ ਹੈਗੇ ਆ, ਇੱਥੇ ਤੱਕ ਸਾਨੂੰ ਪਤਾ ਆ ਵੀ ਜਿਹੜੀ ਟ੍ਰਾਂਜੀਸ਼ਨ ਸਰੀ ਪੁਲਿਸ ਚਾਹੁੰਦੀ ਆ, ਉਹ ਚਾਹੁੰਦੀ ਵੀ RCMP ਦੇ ਆਫਿਸਰ ਹੀ ਆਉਣ। ਸੋ ਆਫਿਸਰ ਤਾਂ ਸੇਮ ਹੋਣੇ ਆ, ਇਹ ਕਿਹੜਾ ਵੀ ਇਹ ਇੱਦਾਂ ਥੋੜ੍ਹਾ ਹੋਣਾ ਵੀ ਸਰੀ ਪੁਲਿਸ ਡਿਪਾਰਟਮੈਂਟ ਦੇ ਆਫਿਸਰ ਬਦਲ ਜਾਣੇ ਆ ਵੀ ਇਹ ਕਿਤੇ ਹੋਰ ਕਿਤੇ ਆਉਣੇ ਤਾਂ RCMP ਤੋਂ ਹੀ ਆ। ਸੋ ਟ੍ਰੇਨਿੰਗ ਵੀ ਇਹਨਾਂ ਦੀ ਹੋਣੀ ਆ, ਰਾਈਟ। ਸੋ ਬਾਕੀ ਟ੍ਰੇਨਿੰਗ ਜਿਹੜੀ ਇੱਥੇ ਖਾਸ ਕਰਕੇ ਪੁਲਿਸ ਅਕੈਡਮੀ 'ਚ ਹੁੰਦੀ ਆ, ਜਸਟਿਸ ਇੰਸਟੀਚਿਊਟ ਹੁੰਦੀ ਆ। ਤਾਂ ਜੇ ਤੁਸੀਂ ਦੇਖੋ ਰੀਸੈਂਟਲੀ ਪੀਟਰ ਜਰਮਨ ਦੀ ਰਿਪੋਰਟ ਵਿੱਚ ਵੀ ਉਹਨਾਂ ਨੇ ਪੂਰੀ ਅਸੈਸਮੈਂਟ ਐਨਾਲਿਸਿਸ ਕੀਤੀ ਸੀ ਵੀ ਜਸਟਿਸ ਇੰਸਟੀਚਿਊਟ ਦੀ ਜਿਹੜੀ ਕੈਪੇਬਿਲਿਟੀ ਆ ਉਹ ਤਾਂ 15-20 ਆਫਿਸਰ ਐਟ ਅ ਟਾਈਮ ਜਾਂ ਬਹੁਤ ਘੱਟ ਆ, ਉੱਥੇ ਫੰਡਿੰਗ ਹੀ ਹੈ ਨਹੀਂ ਇੰਨੀ ਪਈ ਜਿੱਥੇ ਤੱਕ ਆਪਣੇ ਸਿਟੀ ਦੀ ਪੁਲਿਸ
ਲਿਆਉਣੀ ਆ ਵੀ ਜਿੰਨੀ ਲੋੜ ਸ਼ਾਇਦ ਹੋਊਗੀ 100 200 300 600 ਜਿੰਨੇ ਵੀ ਹੈਗੇ ਵੀ ਉਹਨਾਂ ਦੀ ਕੈਪੇਬਿਲਿਟੀ ਹੈ ਨਹੀਂ ਟ੍ਰੇਨ ਕਰਨ ਨੂੰ ਸੋ ਆਫਸਰ ਤਾਂ RCMP ਤੋਂ ਆਉਣੇ ਆ ਸੋ ਅਗੇਨ ਸੋ ਕੁਐਸਚਨ ਸਟਿਲ ਕਾਫੀ ਹੈਗੇ ਵੀ ਜੇ ਪੁਲਿਸ ਆਫਸਰ ਸੇਮ ਆ ਜਾਂ ਮਾਡਲ ਦਾ ਹਾਲੇ ਆਪਾਂ ਨੂੰ ਪਤਾ ਨਹੀਂ ਲੱਗਾ ਸੋ ਆਪਾਂ ਕਿੱਦਾਂ ਬਿਹਤਰ ਬਣਾਉਂਗੇ ਇਹ ਇੱਕ ਆਖਰੀ ਕੁਐਸਚਨ ਇਹ ਕਿਹਾ ਜਾਂਦਾ ਵੀ ਇੱਥੇ ਜਿਹੜੇ ਪੁਲਿਸ ਆਫੀਸਰ ਆਉਂਦੇ ਆ ਉਹ ਚਲੇ ਜਾਂਦੇ ਆ ਇੱਥੋਂ ਜਾਂ ਜਿਹੜੇ ਯੰਗ ਹੁੰਦੇ ਆ ਜੇ ਉਹਨਾਂ ਨੇ ਟ੍ਰੇਨਿੰਗ ਲੈਣੀ ਹੁੰਦੀ ਆ ਵੀ ਜਿੱਦਾਂ ਪੰਜਾਬ 'ਚ ਮਾੜੇ ਥਾਣੇ 'ਚ ਕਿਸੇ ਨੂੰ ਲਾਉਣਾ ਹੁੰਦਾ ਸੀ ਬਈ ਇੱਦਾਂ ਆਉਂਦੇ ਆ ਇੱਥੇ ਇਹਦਾ ਕੋਈ ਡਾਟਾ ਹੈਗਾ ਵੀ ਇੱਥੇ ਸਾਰੇ ਟ੍ਰੇਨਡ ਆਉਂਦੇ ਆ ਜਾਂ ਥੋੜ੍ਹੀ ਟ੍ਰੇਨਿੰਗ ਵਾਲੇ ਆਉਂਦੇ ਨੋ ਇਹ ਮਿਸ ਇਨਫੋਰਮੇਸ਼ਨ ਆ ਦੇਖੋ ਇੱਥੇ ਕਈ ਜਣੇ ਜਿਹੜੇ ਪੁਲਿਸ ਆਫਸਰਸ ਇੱਥੇ ਦੇ ਹੈਗੇ ਆ ਉਹ ਬਹੁਤ ਦੇਰ ਦੇ ਹੈਗੇ ਸਾਡਾ ਰੀਜਨਲ ਡਾਇਰੈਕਟਰ ਟ੍ਰੈਵਰ ਡਿਨਵਰੀ ਉਹਨਾਂ ਨਾਲ ਤੁਸੀਂ ਗੱਲਬਾਤ ਕਰਦੇ ਆ ਉਹਨਾਂ ਕੋਲ ਇਹ ਪੂਰੀ ਇਨਫੋਰਮੇਸ਼ਨ ਉਹ ਇੱਥੇ ਸਰੀ ਦੇ ਜੰਪ ਵਾਲਿਆ ਉਹ ਇੱਥੇ ਹੀ ਸਾਰੀ ਉਹਨਾਂ ਦੇ ਪੁਲਿਸ ਆਪਣੀ ਸਰਵਿਸ ਜਿਹੜੀ ਆ ਸਾਰੀ ਉਹਨਾਂ ਨੇ 17 ਸਾਲ ਇੱਥੇ ਕੀਤੀ ਆ ਰਾਈਟ ਉਹਨਾਂ ਦੇ ਉਹ ਹੁਣ ਸਟਾਫ ਸਰਜੈਂਟ ਦੇ ਲੈਵਲ 'ਤੇ ਸਾਰੇ ਨਾਲ ਜਿੱਥੇ ਤੱਕ ਉਹਦੀ ਗੱਲਬਾਤ ਹੋ ਰਹੀ ਆ ਉਹ ਕਹਿੰਦੇ ਵੀ ਸਾਡੇ ਤੱਕ ਕੋਈ ਇਨਫੋਰਮੇਸ਼ਨ ਇਹ ਹੈ ਨਹੀਂ ਵੀ ਇੱਥੇ ਆ ਕੇ ਟ੍ਰੇਨਿੰਗ ਕਰਕੇ ਅਸੀਂ ਭੇਜ ਦਿੰਦੇ ਹਾਂ ਹੋਰ ਕਿਤੇ ਕੋਈ ਹੋਰ ਰੀਜਨ ਇਹ ਤਾਂ ਹਰੇਕ ਆਰਗੇਨਾਈਜੇਸ਼ਨ ਦੇ ਵਿੱਚ ਹੈਗਾ ਅਗਲਾ ਟ੍ਰੇਨਿੰਗ ਲਈ ਕਈ ਵਾਰੀ ਕਿਤੇ ਜਾਣਾ ਤੁਹਾਨੂੰ ਪੈਂਦਾ ਆ ਤਾਂ ਤੁਸੀਂ ਮੇਬੀ ਸ਼ਾਇਦ ਪਰ ਇਹ ਬਹੁਤ ਥੋੜ੍ਹੇ ਗਿਣਤੀ 'ਤੇ ਹੁੰਦੇ ਆ ਨੰਬਰ ਰਾਈਟ ਇੱਥੇ ਪੁਲਿਸ ਆਫਸਰ ਜਿਹੜੇ ਆਪਣੇ ਹੁਣ ਸਾਰਿਆਂ ਨੂੰ ਪਤਾ ਆ ਹੁਣ ਤੁਸੀਂ ਇੱਥੇ ਸ਼ਹਿਰ 'ਚ ਰਹਿਣ ਵਾਲੇ ਆ ਆਪਾਂ ਹੁਣ ਜਿੱਥੇ ਤੱਕ ਆਪਣੀਆਂ ਫੈਮਲੀਜ਼ ਇੱਥੇ ਜਿਹੜੀਆਂ ਰਹਿੰਦੀਆਂ ਉਹਨਾਂ ਨੂੰ ਪੁੱਛੋ ਉਹ ਪੁਲਿਸ ਆਫਸਰ ਜਿਹੜੇ ਹੈਗੇ ਇੱਥੇ ਸਰੀ ਦੇ ਵਿੱਚ ਇੱਕ ਦੂਜੇ ਨੂੰ ਸਾਰਿਆਂ ਨੂੰ ਜਾਣਦੇ ਆ ਆਪਾਂ ਕਈ ਥਾਵਾਂ 'ਤੇ ਦੇਖਦੇ ਹਾਂ ਟੂਰਨਾਮੈਂਟ 'ਤੇ ਦੇਖਦੇ ਹਾਂ ਇੱਥੇ ਦੇਖਦੇ ਹਾਂ ਨਾਲ ਪੰਜਾਬੀ ਬੋਲਦੇ ਵੀ ਆ ਮੁੰਡੇ ਕੁੜੀਆਂ ਆਪਣੇ ਸਾਰੇ ਸੋ ਆਈ ਥਿੰਕ ਇਹ ਜਿਹੜਾ ਡਾਟਾ ਆ ਇਹ ਸ਼ਾਇਦ ਇਨਫੋਰਮੇਸ਼ਨ ਇਹਦੇ ਨਾਲ ਸ਼ਾਇਦ ਅਸੀਂ ਥੋੜ੍ਹਾ ਜਿਹਾ ਮੈਂ ਜ਼ਿਆਦਾ ਧਿਆਨ ਦੇ ਨਾਲ ਦੇਖ ਸਕਦਾ ਹਾਂ ਐਵਰ ਇਹਦੇ ਉੱਪਰ ਕੋਈ ਇਨਫੋਰਮੇਸ਼ਨ ਨਹੀਂ ਹੈਗੀ ਜੀ ਪਰਮੇਸ਼ ਜੀ ਬਹੁਤ ਬਹੁਤ ਸ਼ੁਕਰੀਆ ਤੁਸੀਂ ਸਮਾਂ ਕੱਢਿਆ ਸਾਡੇ ਨਾਲ ਅੱਜ ਗੱਲਬਾਤ ਕੀਤੀ ਔਰ ਬਹੁਤ ਸਾਰੇ ਸਵਾਲ ਜਿਹੜੇ ਸੀਗੇ ਔਰ ਬਹੁਤੇ ਸਵਾਲ ਇਹ ਕਮਿਊਨਿਟੀ ਦੇ ਸਵਾਲ ਨੇ ਉਹ ਅਸੀਂ ਤੁਹਾਡੇ ਨਾਲ ਸਾਂਝੇ ਕੀਤੇ ਬਹੁਤ ਬਹੁਤ ਮਿਹਰਬਾਨੀ ਜੀ ਥੈਂਕ ਯੂ ਤੁਹਾਡੀ ਵੀ ਬਹੁਤ ਮਿਹਰਬਾਨੀ ਸ਼ੁਕਰੀਆ ਜੀ ਦੋਸਤੋ ਅਸੀਂ ਪਰਮ ਬੈਂਸ ਉਹਨਾਂ ਦੇ ਨਾਲ ਗੱਲਬਾਤ ਕੀਤੀ ਹੈ ਇਸ ਮਸਲੇ ਦੇ ਉੱਤੇ ਆਉਣ ਵਾਲੇ ਦਿਨਾਂ ਦੇ ਵਿੱਚ ਅਸੀਂ ਜਿੱਦਾਂ ਇਸ ਮਸਲੇ ਬਾਰੇ ਕੋਈ ਗੱਲਬਾਤ ਹੁੰਦੀ ਆ ਫਿਰ ਇਸ ਵਿਸ਼ੇ ਦੇ ਉੱਤੇ ਦੋਵਾਂ ਧਿਰਾਂ ਦੇ ਨਾਲ ਗੱਲਬਾਤ ਕਰਾਂਗੇ ਤੁਹਾਡਾ ਕੋਈ ਸਵਾਲ ਤੁਹਾਡੀ ਕੋਈ ਗੱਲਬਾਤ ਹੋਵੇ ਤੁਸੀਂ ਇਸ ਵੇਲੇ ਅਸੀਂ ਫੇਸਬੁੱਕ ਦੇ ਉੱਤੇ ਲਾਈਵ ਇਹ ਸਾਰਾ ਪ੍ਰੋਗਰਾਮ ਚੱਲਿਆ ਇਹਦੇ 'ਤੇ ਜਾਂ YouTube ਦੇ ਉੱਤੇ ਜਿੱਥੇ ਕਿਤੇ ਵੀ ਤੁਸੀਂ ਉਹਨੂੰ ਦੇਖ ਰਹੇ ਹੋ ਥੱਲੇ ਕੁਐਸਚਨ ਕਰ ਸਕਦੇ ਹੋ ਆਉਣ ਵਾਲੇ ਪ੍ਰੋਗਰਾਮਾਂ ਦੇ ਵਿੱਚ ਅਸੀਂ ਇਹਨਾਂ ਨੂੰ ਜਾਂ ਦੂਜੀ ਧਿਰ ਦੇ ਨਾਲ ਉਹ ਗੱਲਬਾਤ ਜ਼ਰੂਰ ਕਰਾਂਗੇ ਅੱਜ ਦਾ ਪ੍ਰੋਗਰਾਮ ਇੱਥੇ ਸਮਾਪਤ ਕਰਦੇ ਹਾਂ ਸੋਮਵਾਰ ਫਿਰ ਤੁਹਾਡੇ ਨਾਲ ਮੁਲਾਕਾਤ ਹੋਏਗੀ ਅਲਵਿਦਾ ਦੋਸਤੋ ਸਾਡਾ ਹਰ ਇੱਕ ਪ੍ਰੋਗਰਾਮ ਵੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ